then today's topic is connected motion force ਦਾ ਹੀ ਇੱਕ ਪਾਰਟ ਆ connected motion ਬੜਾ ਹੀ ਅੱਛਾ ਟੌਪਿਕ ਆ ਠੀਕ ਹੈ ਇਹਨੂੰ ਧਿਆਨ ਨਾਲ ਕਰਿਓ ਇਹਦੇ ਤੇ ਬੇਸਡ numerical problem ਜਿਹੜੀਆਂ ਉਹ ਕੰਪੀਟੀਟਿਵ ਐਗਜ਼ਾਮ 'ਚ ਬਹੁਤ ਨਾਰਮਲੀ ਪੁੱਛੀਆਂ ਜਾਂਦੀਆਂ ਔਰ ਮੈਂ ਇੱਥੇ ਹੀ ਕਰਵਾ ਦੇਣਾ ਦੇਖ ਲਓ ਠੀਕ ਹੈ ਨਾ MCQ ਵਾਲੇ ਬੈਚ ਤੇ ਚੱਲ ਕਰਾਉਣਾ ਹੀ ਕਰਾਉਣਾ ਹੈਗਾ ਇਸ ਬੈਚ ਦੇ ਵਿੱਚ ਵੀ ਇਹ ਕਨੈਕਟਡ ਮੋਸ਼ਨ ਜਿਹੜੀ ਮੈਂ ਪੂਰੀ ਕਰਵਾਉਂਗਾ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਧਿਆਨ ਨਾਲ ਸਮਝ ਲਿਓ ਗੱਲ ਕਨੈਕਟਡ ਮੋਸ਼ਨ ਦੇ ਅਸੀਂ ਦੋ ਹਿੱਸੇ ਤੇ ਕਰ ਰਹੇ ਹਾਂ ਠੀਕ ਹੈ ਚਲੋ ਕੇਸ ਨੰਬਰ 1 ਇਹਦੇ ਚ ਕੀ ਆ ਪਹਿਲਾ ਕੇਸ ਕਨੈਕਟਡ ਮੋਸ਼ਨ ਚ ਫਸਟ ਪਾਰਟ ਜਿਹੜਾ ਹੈਗਾ ਉਹ ਹੈਗਾ ਜਦੋਂ ਸਾਡੇ ਕੋਲੇ ਕੋਈ ਵੀ ਜਿਹੜੀਆਂ ਬਾਡੀਜ਼ ਆ 2 ਜਾਂ 3 ਜਾਂ 4 ਠੀਕ ਹੈ ਉਹਨਾਂ ਬਾਡੀਜ਼ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਜਾਂਦਾ ਕਿਸੇ ਸਪ੍ਰਿੰਗ ਦੇ ਨਾਲ ਉਹਨਾਂ ਨੂੰ ਪੁੱਲ ਕੀਤਾ ਜਾਂਦਾ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਇਹ ਪਹਿਲਾ ਕੇਸ ਆ ਸਾਡਾ ਠੀਕ ਹੈ ਇਸ ਕੇਸ ਦੇ ਵਿੱਚ ਅਸੀਂ ਕੀ ਕਰਨਾ ਅਸੀਂ ਪੁਲਿੰਗ ਫੋਰਸ ਦੇਖਣਾ ਕਨੈਕਟਡ ਮੋਸ਼ਨ ਦੇਖਣੀ ਹੈ ਜਿਹਦੇ ਵਿੱਚ ਕਿ ਰੱਸੀਆਂ ਦੇ ਨਾਲ ਕਈ ਸਾਰੀਆਂ ਬਾਡੀਜ਼ ਨੂੰ ਬੰਨਿਆ ਉਹ ਬਾਡੀਜ਼ 2 ਹੋ ਸਕਦੀਆਂ 3 ਹੋ ਸਕਦੀਆਂ 4 ਹੋ ਸਕਦੀਆਂ 5 ਹੋ ਸਕਦੀਆਂ ਜਦੋਂ ਰੱਸੀਆਂ ਨਾਲ ਬੰਨਿਆ ਹੋਵੇ ਤਾਂ ਪੁੱਲ ਕਰਕੇ ਲੈ ਕੇ ਆਉਣਾ ਪੈਂਦਾ ਕਿਸੇ ਵੀ ਬਾਡੀ ਨੂੰ ਠੀਕ ਹੈ ਕਿੱਦਾਂ ਲੈ ਕੇ ਆਉਣਾ ਪੈਂਦਾ ਦੇਖਿਓ ਦਿਸ ਇਜ਼ ਦਾ ਕੇਸ ਨੰਬਰ 1 ਇਹਦੇ ਵਿੱਚ ਕੀ ਆ ਵੀ ਮੈਂ ਇੱਕ ਡਾਇਗਰਾਮ ਡਰਾ ਕੀਤਾ ਆ ਮੇਰੇ ਕੋਲ ਇੱਕ ਬਾਡੀ ਆ ਆ ਮੇਰੇ ਕੋਲ ਕੋਈ ਹੋਰ ਬਾਡੀ ਆ ਮਾਸ ਅਲੱਗ-ਅਲੱਗ ਆ ਦੋਨਾਂ ਦੇ ਆ ਮੇਰੇ ਕੋਲ ਕੋਈ ਤੀਸਰੀ ਬਾਡੀ ਆ ਇਹਦਾ ਮਾਸ ਵੀ ਕੋਈ ਹੋਰ ਆ ਤਿੰਨ ਬਾਡੀਜ਼ ਤਿੰਨੋਂ ਅਲੱਗ-ਅਲੱਗ ਮਾਸ ਦੀਆਂ ਮੈਂ ਇੱਥੇ ਡਰਾ ਕਰਦੀ ਬਣਾ ਲਿਓ ਤੁਸੀਂ ਇਸ ਬਾਡੀ ਦੇ ਵਿਚਕਾਰ ਇਹਨਾਂ ਦੋਨਾਂ ਦੇ ਵਿਚਕਾਰ ਰੱਸੀ ਲੱਗੀ ਹੈ ਇਹਨਾਂ ਦੋਨਾਂ ਦੇ ਵਿਚਕਾਰ ਵੀ ਰੱਸੀ ਲੱਗੀ ਹੈ ਲਓ ਜੀ ਮੈਂ ਰਾਈਟ ਨੂੰ ਲੈ ਕੇ ਜਾਣਾ ਇੱਧਰ ਵੱਲ ਨੂੰ ਮੈਂ ਫੋਰਸ ਲਗਾਇਆ ਕੈਪੀਟਲ F ਜਿਹਦੇ ਕਰਕੇ ਮੋਸ਼ਨ ਆ ਗਈ ਬੇਟਾ ਮੋਸ਼ਨ ਇਹਨੂੰ ਹੋਣ ਲੱਗ ਗਈ ਮੋਸ਼ਨ ਵਿਦ ਐਕਸਲਰੇਸ਼ਨ ਕਿੰਨੀ ਇਹ 'ਚ ਐਕਸਲਰੇਸ਼ਨ A ਪ੍ਰੋਡਿਊਸ ਹੋਈ ਜਦੋਂ ਕਿਸੇ ਬਾਡੀ ਤੇ ਨੈਟ ਫੋਰਸ ਕੋਈ ਵੈਲਿਊ ਤੇ ਲੱਗਦਾ ਹੋਵੇ ਤਾਂ ਹਮੇਸ਼ਾ ਉਹ 'ਚ ਐਕਸਲਰੇਸ਼ਨ ਆ ਜਾਂਦੀ ਆ ਬਟ ਜਦੋਂ ਕਿਸੇ ਬਾਡੀ ਤੇ ਨੈਟ ਫੋਰਸ 0 ਹੋਵੇ ਤਾਂ ਉਹਦੇ ਵਿੱਚ ਐਕਸਲਰੇਸ਼ਨ ਨਹੀਂ ਹੁੰਦੀ ਬਿਕੋਜ਼ F = ma ਔਰ ਜੇ ਫੋਰਸ 0 ਤਾਂ ਐਕਸਲਰੇਸ਼ਨ ਵੀ 0 ਨੈਟ ਫੋਰਸ 0 ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਬਾਡੀ ਤੇ ਫੋਰਸ ਨਹੀਂ ਲੱਗਦਾ ਨੈਟ ਫੋਰਸ 0 ਹੋਣ ਦਾ ਮਤਲਬ ਇਹ ਹੁੰਦਾ ਵੀ ਜੇ ਜਿੰਨਾ ਫੋਰਸ ਬਾਡੀ ਤੇ ਇੱਧਰ ਵੱਲ ਨੂੰ ਲੱਗ ਰਿਹਾ ਉਨਾ ਹੀ ਬਾਡੀ ਤੇ ਬੈਕਵਰਡ ਡਾਇਰੈਕਸ਼ਨ ਨੂੰ ਲੱਗ ਰਿਹਾ ਜਿੰਨਾ ਉੱਪਰ ਨੂੰ ਲੱਗ ਰਿਹਾ ਉਨਾ ਹੀ ਥੱਲੇ ਨੂੰ ਲੱਗ ਰਿਹਾ ਬਰਾਬਰ ਦਾ ਤਾਂ ਸਾਰਾ ਆਪਸ ਚ ਬੈਲੈਂਸ ਆ ਉਦੋਂ ਨੈਟ ਫੋਰਸ 0 ਹੁੰਦਾ ਇਸ ਗੱਲ ਦਾ ਖਾਸ ਖਿਆਲ ਰੱਖਿਓ ਮਤਲਬ ਕਹਿਣ ਦਾ ਇਹ ਵੀ ਨੈਟ ਫੋਰਸ 0 ਹੋਣ ਦਾ ਮਤਲਬ ਇਹ ਕਦੇ ਵੀ ਨਹੀਂ ਮੰਨਣਾ ਤੁਸੀਂ ਵੀ ਫੋਰਸ ਨਹੀਂ ਲੱਗ ਰਿਹਾ ਫੋਰਸ ਲੱਗ ਰਿਹਾ ਪਰ ਉਹਨਾਂ ਦਾ ਰਿਜ਼ਲਟੈਂਟ 0 ਆ ਓਕੇ ਤਾਂ ਅਸੀਂ ਫੋਰਸ ਲਗਾਇਆ ਇਸ ਬਾਡੀ ਤੇ ਦਿਸ ਇਜ਼ ਅ ਪੁਲਿੰਗ ਫੋਰਸ ਅਸੀਂ ਪੁੱਲ ਕਰ ਰਹੇ ਹਾਂ ਨਾ ਸਾਰੀਆਂ ਬਾਡੀਜ਼ ਨੂੰ ਅਸੀਂ ਖਿੱਚ ਕੇ ਲੈ ਕੇ ਆ ਰਹੇ ਹਾਂ ਇਹਨਾਂ ਨੂੰ ਐ ਨੂੰ ਜਦੋਂ ਖਿੱਚ ਕੇ ਲੈ ਕੇ ਆ ਰਹੇ ਆ ਰੱਸੀ ਵੀ ਖਿੱਚੀ ਜਾ ਰਹੀ ਆ ਵੀ ਖਿੱਚੀ ਜਾ ਰਹੀ ਹੈ ਤਿੰਨ ਬਾਡੀਜ਼ ਆ ਤਿੰਨੋਂ ਦੇ ਮਾਸਸ ਮੈਂ ਡਿਫਾਈਨ ਕਰ ਦਿੰਦਾ ਆ ਮਾਸ ਆ ਮੇਰੇ ਕੋਲੇ M1 ਆ ਮਾਸ ਆ ਮੇਰੇ ਕੋਲੇ M2 ਐਂਡ ਦਿਸ ਮਾਸ ਇਜ਼ M3 ਮੇਰੇ ਕੋਲ ਤਿੰਨ ਮਾਸਸ ਆ M1 M2 ਐਂਡ M3 ਮੈਂ ਇਹਦੀ ਮੋਸ਼ਨ ਦੀ ਸਟੱਡੀ ਕਰਨੀ ਆ ਜਦੋਂ ਅਸੀਂ ਮੋਸ਼ਨ ਦੀ ਸਟੱਡੀ ਕਰਦੇ ਹੁੰਦੇ ਤਾਂ ਇੱਕ ਗੱਲ ਦਾ ਖਾਸ ਖਿਆਲ ਰੱਖਿਓ ਅਸੀਂ ਹਰੇਕ ਬਾਡੀ ਨੂੰ ਇੱਕ ਡਿਫਰੈਂਟ ਬਾਡੀ ਦੇ ਤੌਰ ਤੇ ਕੰਸੀਡਰ ਕਰਨਾ ਆਹ ਬਾਡੀ ਅਲੱਗ ਕੰਸੀਡਰ ਕਰਨੀ ਆਹ ਬਾਡੀ ਅਲੱਗ ਤੇ ਆਹ ਬਾਡੀ ਅਲੱਗ ਠੀਕ ਹੈ ਉਹਦੇ ਨਾਲ ਤੁਹਾਨੂੰ ਕਾਫੀ ਸਾਰੇ ਅੱਛੇ ਰਿਜ਼ਲਟ ਮਿਲਣਗੇ ਦੇਖੋ ਕਿੱਦਾਂ ਮੰਨ ਲਓ ਕਿ ਮੇਰੇ ਕੋਲੇ ਜਦੋਂ ਮੈਂ ਫੋਰਸ ਲਗਾਇਆ ਤਾਂ ਆਹ ਮਾਸ M1 ਖਿੱਚਿਆ ਗਿਆ ਤਾਂ ਆਹ ਰੱਸੀ ਦੇ ਵਿੱਚ ਟੈਨਸ਼ਨ ਆਈ ਕੋਈ ਵੀ ਰੱਸੀ ਜਿਹੜੀ ਹੈਗੀ ਆ ਇਹ ਗੱਲ ਮੇਰੀ ਪੱਲੇ ਬੰਨ ਲਿਓ ਉਸ ਰੱਸੀ 'ਚ ਟੈਨਸ਼ਨ ਹਮੇਸ਼ਾ ਅੰਦਰ ਨੂੰ ਹੁੰਦੀ ਆ ਟੈਨਸ਼ਨ ਦਾ ਮਤਲਬ ਹੁੰਦਾ ਫੋਰਸ ਜਦੋਂ ਮੈਂ ਕਿਸੇ ਰੱਸੀ ਨੂੰ ਖਿੱਚਾਂ ਉਸ ਰੱਸੀ 'ਚ ਟੈਨਸ਼ਨ ਆ ਜਾਂਦੀ ਆ ਟੈਨਸ਼ਨ ਆਉਣ ਦਾ ਮਤਲਬ ਹੁੰਦਾ ਵੀ ਉਹਦੇ ਵਿੱਚ ਇੱਕ ਫੋਰਸ ਪ੍ਰੋਡਿਊਸ ਹੋ ਗਿਆ ਜਿਹੜਾ ਕਿ ਅੰਦਰ ਵੱਲ ਨੂੰ ਸਾਨੂੰ ਖਿੱਚ ਰਿਹਾ ਠੀਕ ਆ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਮੇਰੇ ਕੋਲੇ ਆ ਇੱਕ ਵਾਇਰ ਆ ਕੋਈ ਜ਼ਰੂਰੀ ਤੇ ਵੀ ਉਹ ਰੱਸੀ ਹੋਵੇ ਠੀਕ ਆ ਮੰਨ ਲਓ ਆ ਇੱਕ ਤਾਰ ਆ ਮੇਰੇ ਕੋਲੇ ਠੀਕ ਆ ਮੈਂ ਇਸ ਤਾਰ ਨੂੰ ਏਦਾਂ ਖਿੱਚਿਆ ਜ਼ੋਰ ਲਾ ਕੇ ਹੁਣ ਜਦੋਂ ਮੈਂ ਖਿੱਚਿਆ ਤਾਂ ਮੇਰਾ ਆਹ ਵਾਲਾ ਹੱਥ ਆ ਜਿਹੜਾ ਆਹ ਵਾਲਾ ਠੀਕ ਆ ਇੱਥੇ ਵੀ ਅੰਦਰ ਵੱਲ ਨੂੰ ਟੈਨਸ਼ਨ ਲੱਗ ਰਹੀ ਆ ਔਰ ਇਸ ਹੱਥ ਤੇ ਵੀ ਅੰਦਰ ਵੱਲ ਨੂੰ ਟੈਨਸ਼ਨ ਲੱਗ ਰਹੀ ਅੰਦਰ ਵੱਲ ਨੂੰ ਜਿੱਦਾਂ ਪਿੱਛੇ ਡਾਇਗਰਾਮ 'ਚ ਦਿਖ ਰਿਹਾ ਤੁਹਾਨੂੰ ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ ਜਦੋਂ ਹੀ ਤੁਸੀਂ ਕਿਸੇ ਰੱਸੀ ਨੂੰ ਖਿੱਚੋਗੇ ਤਾਂ ਟੈਨਸ਼ਨ ਹਮੇਸ਼ਾ ਅੰਦਰ ਵੱਲ ਨੂੰ ਲੱਗਦੀ ਹੈ ਓਕੇ ਤਾਂ ਬੇਟਾ ਇਸ ਰੱਸੀ ਦੇ ਵਿੱਚ ਅਸੀਂ ਜਦੋਂ ਫੋਰਸ ਲਗਾਇਆ FM1 ਤੇ ਇਸ ਰੱਸੀ 'ਚ ਵੀ ਟੈਨਸ਼ਨ ਪ੍ਰੋਡਿਊਸ ਹੋ ਗਈ ਇਸ ਰੱਸੀ 'ਚ ਵੀ ਟੈਨਸ਼ਨ ਪ੍ਰੋਡਿਊਸ ਹੋ ਗਈ ਬੇਟਾ ਇੱਕ ਗੱਲ ਸੁਣੋ ਇੱਕ ਸਿੰਗਲ ਰੱਸੀ ਜਿਹੜੀ ਆ ਉਹ ਜਿੰਨੇ ਮਰਜ਼ੀ ਕਿਤੇ ਗੇੜੇ ਦੇ ਆਵੇ ਜੇ એનર્ਜੀ ਦਾ ਲਾਸ ਕਿਤੇ ਵੀ ਨਾ ਹੋਵੇ ਤਾਂ ਉਸ ਸਿੰਗਲ ਰੱਸੀ 'ਚ ਟੈਨਸ਼ਨ ਹਮੇਸ਼ਾ ਕਾਂਸਟੈਂਟ ਰਹਿੰਦੀ ਇੱਕੋ ਜਿਹੀ ਰਹਿੰਦੀ ਆ ਬਟ ਜਦੋਂ ਦੋ ਅਲੱਗ-ਅਲੱਗ ਥਾਵਾਂ ਤੇ ਬੰਨੀਆਂ ਹੋਈਆਂ ਰੱਸੀਆਂ ਹੁੰਦੀਆਂ ਉਹਨਾਂ 'ਚ ਟੈਨਸ਼ਨ ਕਦੇ ਵੀ ਬਰਾਬਰ ਨਹੀਂ ਹੁੰਦੀ ਮਤਲਬ ਕਹਿਣ ਦਾ ਇਹ ਵੀ ਇਸ ਰੱਸੀ 'ਚ ਟੈਨਸ਼ਨ ਕੋਈ ਹੋਰ ਹੋਊਗੀ ਤੇ ਇਸ ਰੱਸੀ ਦੀ ਟੈਨਸ਼ਨ ਕੋਈ ਹੋਰ ਹੋਊਗੀ ਇਸ ਟੈਨਸ਼ਨ ਦਾ ਨਾਮ ਮੈਂ ਰੱਖ ਲਿਆ T1
ਔਰ ਇਸ ਟੈਂਸ਼ਨ ਦਾ ਨਾਮ ਰੱਖ ਲਿਆ T2। ਪੇਜ ਦੇ ਉੱਪਰ ਖਾਲੀ ਥਾਂ ਤੁਹਾਡੇ ਕੋਲੇ ਹੋਊਗਾ, ਉੱਥੇ ਨੋਟ ਕਰ ਲਿਓ ਵੀ ਜਿਹੜੀ ਟੈਂਸ਼ਨ ਹੁੰਦੀ ਹੈ that is equal to force। ਟੈਂਸ਼ਨ ਫੋਰਸ ਦੇ ਇਕੁਅਲ ਹੁੰਦੀ ਆ, ਤੁਸੀਂ ਇਹ ਗੱਲ ਨੋਟ ਕਰ ਸਕਦੇ ਆ। ਟੈਂਸ਼ਨ ਇਜ਼ ਫੋਰਸ, ਓਕੇ। ਔਰ ਇਹ ਟੈਂਸ਼ਨ ਉਹ ਨਹੀਂ ਗੀ ਜਿਹੜੀ ਤੁਸੀਂ ਸੋਚ ਰਹੇ ਆ, ਠੀਕ ਹੈ। ਕਿਤੇ ਬੰਦੇ ਵਾਲੀ ਟੈਂਸ਼ਨ ਦੀ ਗੱਲ ਕਰਦੇ ਹੋ, ਠੀਕ ਆ, ਬੰਦੇ ਨੂੰ ਟੈਨਸ਼ਨ ਹੋ ਗਈ ਮਤਲਬ ਬੰਦੇ ਦੇ ਫੋਰਸ ਲੱਗ ਗਿਆ, ਇਦਾਂ ਦੀ ਕੋਈ ਗੱਲ ਨਹੀਂ, ਠੀਕ ਆ। ਉਹ ਇੱਕ ਮਤਲਬ ਉਹ ਇੱਕ ਸਮਝ ਦੀ ਗੱਲ ਆ, ਠੀਕ ਹੈ ਨਾ। ਇਹ ਗੱਲ ਫਿਜ਼ੀਕਲੀ ਪ੍ਰੈਜ਼ੈਂਟ ਆ, ਤੁਹਾਡੇ ਸਾਹਮਣੇ ਦਿਖ ਰਹੀ ਆ ਤੁਹਾਨੂੰ, ਓਕੇ। ਆ ਜਾਓ ਹੁਣ ਇਹਦੇ ਵਿੱਚ ਕੀ ਕਰਾਂਗੇ ਅਸੀਂ, ਹਰੇਕ ਬੋਡੀ ਨੂੰ ਅਲੱਗ-ਅਲੱਗ ਕੰਸੀਡਰ ਕਰਾਂਗੇ, ਤੁਹਾਨੂੰ ਗੱਲ ਬੜੀ ਆਸਾਨੀ ਨਾਲ ਸਮਝ ਆ ਜਾਣੀ ਆ। ਦੇਖਿਓ ਮੈਂ ਕੀ ਕੀਤਾ, ਮੈਂ ਇਸ ਬੋਡੀ ਨੂੰ ਇੱਕ ਅਲੱਗ ਬੋਡੀ ਕੰਸੀਡਰ ਕੀਤਾ। ਦਿਸ ਇਜ਼ ਅ ਡਿਫਰੈਂਟ ਬੋਡੀ। ਆਹ ਬੋਡੀ ਜਿਹੜੀ ਬੋਡੀ ਇੱਕ ਹੁੰਦੀ ਆ ਉਹਦੇ ਤੇ ਜਿੰਨੇ ਫੋਰਸਸ ਲੱਗਦੇ ਆ ਉਹਨਾਂ ਸਾਰੇ ਫੋਰਸਸ ਸਮੇਤ ਉਹ ਬੋਡੀ ਨੂੰ ਅਲੱਗ ਕਰ ਲਓ। ਆ ਦੂਜੀ ਬੋਡੀ ਹੋ ਗਈ ਬੇਟਾ। ਇਸੇ ਤਰੀਕੇ ਨਾਲ ਤੀਸਰੀ ਬੋਡੀ ਜਿਹੜੀ ਹੈਗੀ ਆ ਇਹ ਮੈਂ ਕੰਸੀਡਰ ਕਰ ਲਈ। ਮੈਂ ਇਸ ਡਾਇਗਰਾਮ ਦੇ ਤਿੰਨ ਹਿੱਸੇ ਕਰਤੇ, ਇੱਕ M1 ਮਾਸ, ਇੱਕ M2 ਮਾਸ ਤੇ ਇੱਕ M3 ਮਾਸ। ਜਿਹੜਾ M1 ਮਾਸ ਆ ਮੇਰਾ, M1 ਮਾਸ ਤੇ ਜੇ ਮੈਂ ਨੈਟ ਫੋਰਸ ਪਤਾ ਕਰਨਾ ਹੋਵੇ ਤਾਂ ਨੈਟ ਫੋਰਸ ਦੀ ਵੈਲਿਊ ਕਿੱਦਾਂ ਫਾਈਂਡ ਕਰੂੰਗਾ? ਦੇਖੋ ਮੈਨੂੰ ਪਤਾ ਵੀ ਇਹ ਐਕਸਲਰੇਸ਼ਨ ਪ੍ਰੋਡਿਊਸ ਹੋਏ ਦੇ ਆ, ਤੇ ਦਾ ਮਤਲਬ ਇਹ ਤਾਂ ਨਹੀਂ ਵੀ ਇਹ ਐਕਸਲਰੇਸ਼ਨ ਕੱਲੇ ਇੱਕ M1 ਮਾਸ ਚ ਪ੍ਰੋਡਿਊਸ ਹੋ ਗਈ। M1 M2 ਨਾਲ ਅਟੈਚ ਹੈ, M2 M3 ਨਾਲ ਅਟੈਚ ਹੈ। ਬਈ ਸਿੰਪਲ ਜੀ ਗੱਲ ਦੱਸਾਂ ਵੀ ਤੁਸੀਂ ਮੰਨ ਲਓ ਵੀ ਹਰਕਮਲ ਗੱਡੀ 'ਚ ਬਹਿ ਗਿਆ ਤੇ ਗੱਡੀ ਦੀ ਸਪੀਡ ਹੋ ਗਈ ਜਿਹੜੀ 50, ਤਾਂ ਹਰਕਮਲ ਦੀ ਸਪੀਡ ਕਿੰਨੀ ਆ? ਹੁਣ ਜੇ ਕੋਈ ਕਵੇ ਤਾਂ ਹਰਕਮਲ ਦੀ ਵੀ 50 ਆ, ਉਹਦੀ ਸਪੀਡ ਕਿਦਾਂ 55 ਹੋ ਜੂਗੀ ਜਾਂ 60 ਹੋ ਜੂਗੀ, ਠੀਕ ਹੈ। ਕਹਿਣ ਦਾ ਮੀਨਿੰਗ ਮੇਰਾ ਬੜਾ ਸਿੰਪਲ ਆ ਕਿ ਜੇ ਤੁਸੀਂ ਇੱਕ ਬੋਡੀ ਦੇ ਵਿੱਚ ਐਕਸਲਰੇਸ਼ਨ A ਪ੍ਰੋਡਿਊਸ ਕਰ ਰਹੇ ਆ ਫੋਰਸ ਲਗਾ ਕੇ, ਤਾਂ ਬਾਕੀਆਂ ਦੇ ਵਿੱਚ ਵੀ A ਪ੍ਰੋਡਿਊਸ ਹੋਊਗੀ, ਸਾਰਿਆਂ ਦੇ ਵਿੱਚ ਕਾਮਨ ਐਕਸਲਰੇਸ਼ਨ ਹੋਣੀ ਆ, ਓਕੇ। ਤਾਂ ਅਸੀਂ ਅਲੱਗ-ਅਲੱਗ ਮਾਸ ਵਾਲੇ ਬੋਡੀ ਨੂੰ ਇਹਨੂੰ ਬੋਲਦੇ ਫ੍ਰੀ ਬੋਡੀ ਡਾਇਗਰਾਮ। ਆ M1 ਦਾ ਫ੍ਰੀ ਬੋਡੀ ਡਾਇਗਰਾਮ ਆ, M2 ਦਾ ਫ੍ਰੀ ਬੋਡੀ ਡਾਇਗਰਾਮ ਆ, M3 ਦਾ ਫ੍ਰੀ ਬੋਡੀ ਡਾਇਗਰਾਮ ਆ। ਇਹਨਾਂ ਨੂੰ ਬੋਲਦੇ FBD ਜਾਂ ਫ੍ਰੀ ਬੋਡੀ ਡਾਇਗਰਾਮ। ਇਸ ਗੱਲ ਦਾ ਖਾਸ ਖਿਆਲ ਰੱਖਿਓ। ਇਹਦਾ ਫ੍ਰੀ ਬੋਡੀ ਡਾਇਗਰਾਮ M1 ਦਾ, ਇਹਨੂੰ ਕੰਸੀਡਰ ਕਰਾਂਗੇ ਅਸੀਂ ਫੋਰ M1। ਜਿਹੜਾ M1 ਮਾਸ ਆ ਸਾਡਾ, ਇਹਦੇ ਵਾਸਤੇ M1 ਮਾਸ ਵਾਸਤੇ ਦੇਖੋ ਮੇਰੀ ਗੱਲ ਸੁਣ ਲਓ, ਬੜਾ ਸਿੰਪਲ ਜਿਹਾ ਫੰਡਾ ਵੀ M1 ਤੇ ਫੋਰਸਸ ਕਿੰਨੇ ਲੱਗੇ ਤੁਹਾਨੂੰ ਕਿੰਨੇ ਦਿਖਾਈ ਦੇ ਰਹੇ ਬੇਟੇ? M1 ਤੇ ਕਿੰਨੇ ਫੋਰਸ ਲੱਗੇ ਹੋਏ ਦਿਖਾਈ ਦੇ ਰਹੇ? ਕੋਈ ਵੀ ਬੱਚਾ ਦੱਸ ਦਿਓ ਮੈਨੂੰ। ਦੋ ਫੋਰਸ ਬੋਲ ਦਿਓ ਬੇਟਾ। ਵੀ ਹੈਵ ਟੂ ਫੋਰਸਸ। M1 ਤੇ ਦੋ ਫੋਰਸ ਲੱਗੇ ਹੋਏ, ਇੱਕ ਲੱਗਿਆ ਹੋਇਆ F, ਦੂਜਾ ਲੱਗਾ ਹੋਇਆ T1। ਇਹਨਾਂ ਚੋਂ ਵੱਡਾ ਕਿਹੜਾ, ਇਹ ਕੌਣ ਡਿਸਾਈਡ ਕਰੂਗਾ? ਬੋਲੋ ਬਈ। ਸਰ ਜਿਸ ਸਾਈਡ ਉਸकी ਐਕਸਲਰੇਸ਼ਨ। ਗੁੱਡ ਸ਼ਾਬਾਸ਼। ਜਿਸ ਸਾਈਡ ਡਾਇਰੈਕਸ਼ਨ ਦੇ ਵਿੱਚ ਮੋਸ਼ਨ ਹੋ ਰਹੀ ਹੈ, ਜਿਹੜੀ ਡਾਇਰੈਕਸ਼ਨ 'ਚ ਮੋਸ਼ਨ ਹੋ ਰਹੀ ਆ ਉਹ ਡਿਸਾਈਡ ਕਰੂ ਫੋਰਸ ਕੌਣ ਵੱਡਾ। ਤਾਂ ਸਾਡੇ ਕੋਲੇ ਮੋਸ਼ਨ ਇੱਧਰ ਨੂੰ ਜਾ ਰਹੀ ਹੈ, ਇਟ ਮੀਨਸ F ਵੱਡਾ ਤੇ T1 ਛੋਟਾ, ਠੀਕ ਹੈ। ਇਹਦਾ ਮਤਲਬ ਵੱਡੇ ਚੋਂ ਜੇ ਛੋਟਾ ਮਾਈਨਸ ਕਰਾਂ ਤਾਂ ਇਹਦੇ ਤੇ ਨੈਟ ਫੋਰਸ ਆ ਜਾਊਗਾ। ਜੇ ਵੱਡੇ ਚੋਂ ਛੋਟਾ ਫੋਰਸ ਮਾਈਨਸ ਕਰਾਂ ਤਾਂ ਨੈਟ ਫੋਰਸ ਆ ਜਾਊਗਾ। ਔਰ ਨੈਟ ਫੋਰਸ ਕਿੰਨਾ ਆ? ਨੈਟ ਫੋਰਸ ਹੁੰਦਾ ਮਾਸ ਇਨਟੂ ਐਕਸਲਰੇਸ਼ਨ। ਮਾਸ M1 ਔਰ ਐਕਸਲਰੇਸ਼ਨ A ਪ੍ਰੋਡਿਊਸ ਹੋਈ ਆ। ਦਿਸ ਇਜ਼ ਦਾ ਕਨਸੈਪਟ, ਹੋਰ ਕੋਈ ਵੱਡੀ ਗੱਲ ਨਹੀਂ ਇਹ 'ਚ। M1 ਮਾਸ ਵਾਸਤੇ ਲਿਖਿਆ ਮੈਂ ਵੱਡੇ ਫੋਰਸ ਚੋਂ ਛੋਟਾ ਫੋਰਸ ਮਾਈਨਸ ਕੀਤਾ, F minus T1 is equal to mass M1 into acceleration A। This is equation number 1। ਜੇ ਕਿਸੇ ਨੂੰ ਨਹੀਂ ਸਮਝ ਆਈ ਉਹ ਬੱਚਾ ਆਪਣਾ ਕੁਐਸਚਨ ਕਰੇ। ਜੇ ਕਿਸੇ ਬੱਚੇ ਨੂੰ ਆ ਇਕੁਏਸ਼ਨ ਨਹੀਂ ਸਮਝ ਆਈ ਉਹ ਆਪਣਾ ਕੁਐਸਚਨ ਕਰੇ ਵੀ ਸਰ ਮੈਨੂੰ ਤਾਂ ਸਮਝ ਨਹੀਂ ਆਈ, ਮੈਨੂੰ ਤਾਂ ਦੁਬਾਰਾ ਸਮਝਾਓ। ਜੇ ਸਮਝ ਆ ਗਈ ਆ ਤਾਂ ਬਹੁਤ ਹੀ ਬੈਟਰ ਆ, ਮੈਂ ਦੂਜੀ ਇਕੁਏਸ਼ਨ ਤੇ ਜਾਣਾ। ਹਾਂਜੀ ਕਲੀਅਰ ਹੋ ਗਈ ਗੱਲ? ਓਕੇ ਚਲੋ ਮਾਸ M2 ਵਾਸਤੇ ਚੱਲਦੇ। M2 ਮਾਸ ਦੇ ਵਿੱਚ ਕੀ ਆ? ਮੇਰੇ ਕੋਲ ਦੋ ਫੋਰਸਸ ਆ, ਇੱਕ T1 ਆ ਤੇ ਦੂਜਾ T2 ਆ, ਔਰ ਇਹ M2 ਤੇ ਲੱਗੇ ਆ। ਹੁਣ ਤੁਸੀਂ ਡਿਸਾਈਡ ਕਰੋ ਵੀ T1 ਵੱਡਾ ਜਾਂ T2 ਵੱਡਾ, ਜਲਦੀ ਬੋਲੋ। T1 ਵੱਡਾ ਕਿ T2? ਮੈਨੂੰ ਇੱਕ ਗੱਲ ਦੱਸੋ, ਮੋਸ਼ਨ M1 ਦੀ ਇਹਨੂੰ ਹੋ ਰਹੀ ਤੇ ਇਹਦੀ ਮੋਸ਼ਨ ਕਿਹਨੂੰ ਹੋ ਰਹੀ? ਵੀ ਇਹ ਉਹਦੇ ਨਾਲ ਬੰਨਿਆ ਨਹੀਂ ਹੋਇਆ, ਇਹਦੀ ਮੋਸ਼ਨ ਵੀ ਉਧਰ ਵੱਲ ਨੂੰ ਹੋ ਰਹੀ ਹੈ, ਟੁਵਰਡਸ ਰਾਈਟ, ਤੁਹਾਡੇ ਰਾਈਟ ਵੱਲ ਨੂੰ, ਠੀਕ ਹੈ। ਜਦੋਂ ਇਹਦੀ ਮੋਸ਼ਨ ਵੀ ਰਾਈਟ ਵੱਲ ਨੂੰ ਹੋ ਰਹੀ ਆ ਇਹਦੀ, ਤਾਂ ਇਹਦਾ ਮਤਲਬ ਆ ਫੋਰਸ ਵੱਡਾ ਤੇ T2 ਛੋਟਾ, ਤਾਂ ਵੱਡੇ ਚੋਂ ਛੋਟਾ ਮਾਈਨਸ ਕੀਤਾ, T1 ਮਾਈਨਸ T2, ਤਾਂ ਨੈਟ ਫੋਰਸ ਸਾਡੇ ਕੋਲੇ ਕਿੰਨਾ ਆ ਗਿਆ? M2 into A। ਦਿਸ ਇਜ਼ ਇਕੁਏਸ਼ਨ ਨੰਬਰ 2। ਇਸੇ ਤਰੀਕੇ ਨਾਲ M3 ਮਾਸ ਵਾਸਤੇ, M3 ਮਾਸ ਵਾਸਤੇ ਟੈਂਸ਼ਨ ਹੈਗੀ T2, ਟੈਂਸ਼ਨ ਹੈਗੀ ਆ T2, ਔਰ ਦੂਜਾ ਫੋਰਸ ਕੋਈ ਨਹੀਂ ਲੱਗਿਆ, ਇੱਕ ਹੀ ਫੋਰਸ ਲੱਗਿਆ, ਪਿੱਛੇ ਨੂੰ ਕੋਈ ਫੋਰਸ ਨਹੀਂ ਲੱਗਿਆ। T2 is equal to M3A। ਇਹ ਸਾਡੇ ਕੋਲੇ ਇਕੁਏਸ਼ਨਸ ਆ ਬੇਟਾ। ਤੁਸੀਂ ਇਹਨਾਂ ਤਿੰਨ ਇਕੁਏਸ਼ਨਸ ਨੂੰ ਸੋਲਵ ਕਰਕੇ ਜੋ ਮਰਜ਼ੀ ਕੈਲਕੂਲੇਟ ਕਰ ਲਓ। ਤੁਹਾਨੂੰ ਕੀ ਕੀ ਪੁੱਛਿਆ ਜਾ ਸਕਦਾ, ਮੈਂ ਮਾੜਾ ਜਿਹਾ ਦੱਸ ਦੇਣਾ। ਤੁਹਾਨੂੰ ਇਹ ਪੁੱਛਿਆ ਜਾ ਸਕਦਾ ਵੀ ਸਿਸਟਮ ਦੀ ਐਕਸਲਰੇਸ਼ਨ ਕਿੰਨੀ ਹੈ,
ਤਾਂ ਸਿਸਟਮ ਦੀ ਐਕਸਲਰੇਸ਼ਨ ਬੜੀ ਆਸਾਨੀ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਆ। ਉਹਦੇ ਵਿੱਚ ਤੁਹਾਨੂੰ ਟੈਨਸ਼ਨ ਦਿੱਤੀਆਂ ਨਹੀਂ ਹੋਣਗੀਆਂ, ਪਰ ਇਹਨਾਂ ਇਕੁਏਸ਼ਨਸ 'ਚ ਟੈਨਸ਼ਨ ਆ। ਆਪਾਂ ਟੈਨਸ਼ਨ ਨੂੰ ਐਲੀਮੀਨੇਟ ਕਰ ਲੈਂਦੇ ਆ। ਜੇ ਤਾਂ ਫਾਈਂਡ ਕਰਨੀ ਪੈਗੀ ਟੈਨਸ਼ਨ, ਵੀ ਇਸ ਰੱਸੀ 'ਚ ਟੈਨਸ਼ਨ ਕਿੰਨੀ ਆ ਜੀ, ਜਾਂ ਇਧਰਲੀ ਰੱਸੀ 'ਚ ਟੈਨਸ਼ਨ ਕਿੰਨੀ ਆ, then you have to draw free body diagrams। ਮਤਲਬ ਅਸੀਂ ਇਹਨਾਂ ਡਾਇਗਰਾਮਸ ਨੂੰ ਅਲੱਗ-ਅਲੱਗ ਸਟੱਡੀ ਕਰਕੇ 3 ਜਾਂ 4 ਜਾਂ 2 ਜਿੰਨੇ ਵੀ ਬੋਡੀਜ਼ ਆ ਉਹਨੀਆਂ ਇਕੁਏਸ਼ਨਸ ਬਣਾਵਾਂਗੇ। ਉਹਨੀਆਂ ਇਕੁਏਸ਼ਨਸ ਬਣਾਉਣ ਤੋਂ ਬਾਅਦ ਇਹਨਾਂ ਨੂੰ ਸੋਲਵ ਕਰਾਂਗੇ ਤਾਂ ਤੁਹਾਡਾ ਆਨਸਰ ਆਊਗਾ। ਦਿਸ ਇਜ਼ ਦਾ ਫਸਟ ਕਨਸੈਪਟ। ਦੂਜੀ ਗੱਲ, ਮੰਨ ਲਓ ਉਹਨੇ ਐਕਸਲਰੇਸ਼ਨ ਪੁੱਛੀ ਤਾਂ ਐਕਸਲਰੇਸ਼ਨ ਸਾਰਿਆਂ ਦੀ ਕਾਮਨ ਆ, ਤਾਂ ਫਿਰ ਇੱਕ ਜਰਨਲ ਫਾਰਮੂਲਾ ਵੀ ਲਾ ਸਕਦੇ ਆ, F is equal to ma। F is equal to m1 plus m2 plus m3 into a। ਹੁਣ ਇਹ ਫਾਰਮੂਲਾ ਆਇਆ ਕਿੱਥੋਂ, ਆਪਾਂ ਇੱਥੋਂ ਵੀ ਡਰਾਈਵ ਕਰ ਸਕਦੇ, ਠੀਕ ਆ। ਤਾਂ ਐਡਿੰਗ ਇਕੁਏਸ਼ਨ 1 2 and 3, ਇਕੁਏਸ਼ਨ 1 plus 2 plus 3, ਤਿੰਨਾਂ ਨੂੰ ਜੇ ਮੈਂ ਐਡ ਕਰਦਾ ਤਾਂ ਮੇਰੇ ਕੋਲ ਕਿੰਨਾ ਆ ਗਿਆ, f minus t1 plus t1 minus t2 ਤੇ plus t2 is equal to m1a plus m2a ਔਰ plus m3a। ਤਾਂ ਬੇਟਾ ਮੇਰੇ ਕੋਲੇ T1 ਦੇ ਨਾਲ T1 ਕੈਂਸਲ, T2 ਨਾਲ T2 ਕੈਂਸਲ, ਮੇਰੇ ਕੋਲ ਰਹਿ ਗਿਆ F is equal to, ਕਿਉਂਕਿ ਟੈਨਸ਼ਨ ਆਪਸ 'ਚ ਬੈਲੈਂਸ ਹੋਈਆਂ ਪਈਆਂ ਨਾ। ਜੇ ਉਹਦੀ ਇੰਡੀਵਿਜੂਅਲ ਡਾਇਗਰਾਮ ਬਣਾਉਂਦੇ ਸੀ ਫਿਰ ਤਾਂ ਟੈਨਸ਼ਨ T1 ਐਗਜ਼ਿਸਟ ਕਰਦੀ ਸੀ। ਜੇ ਮੈਂ ਸਾਰਾ ਡਾਇਗਰਾਮ ਇੱਕ ਬਣਾ ਲਿਆ ਤਾਂ ਉਹਦੇ ਵਿੱਚ ਆਹ ਟੈਨਸ਼ਨ ਇੱਕ ਦੂਜੇ ਨਾਲ ਕੈਂਸਲ ਹੋ ਗਈ, ਆ ਵੀ ਕੈਂਸਲ ਹੋ ਗਈ, ਸਾਡੇ ਕੋਲ ਇਕੁਏਸ਼ਨ 'ਚ ਖਤਮ ਹੋ ਗਈਆਂ। ਤਾਂ ਸਾਡੇ ਕੋਲ ਫੋਰਸ ਦੀ ਵੈਲਿਊ ਆ ਗਈ m1 plus m2 plus m3 into a। this is the answer। ਇਹ ਸਾਡੀ ਫੋਰਸ ਦੀ ਇਕੁਏਸ਼ਨ ਆ। force is equal to m1 plus m2 plus m3 into a। ਕਿਸੇ ਵੀ ਬੱਚੇ ਨੂੰ ਕੋਈ ਸ਼ੱਕ ਹੋਵੇ ਉਹ ਬੱਚਾ ਆਪਣਾ ਕੁਐਸਚਨ ਕਰੇ ਬੇਟਾ, ਬੋਲੋ ਬਈ। ਤੁਸੀਂ ਇਸ ਤਰੀਕੇ ਦੇ ਨਾਲ ਐਕਸਲਰੇਸ਼ਨ, ਇੱਥੋਂ ਐਕਸਲਰੇਸ਼ਨ ਫਾਈਂਡ ਕਰਨੀ ਹੋਵੇ ਤਾਂ ਫੋਰਸ ਡਿਵਾਈਡ ਬਾਈ ਟੋਟਲ ਮਾਸ ਕਰ ਦਿਓ। ਮਾਸ ਸਾਰੇ ਸਿਸਟਮ ਦਾ ਹੋਣਾ ਚਾਹੀਦਾ ਤਾਂ ਤੁਹਾਨੂੰ ਐਕਸਲਰੇਸ਼ਨ ਮਿਲ ਜੂਗੀ। ਦਿਸ ਇਜ਼ ਦਾ ਇਕੁਏਸ਼ਨ ਨੰਬਰ 4। ਇਹ 4 ਇਕੁਏਸ਼ਨ ਦੀ ਹੈਲਪ ਨਾਲ ਤੁਸੀਂ ਬੜੀ ਹੀ ਆਸਾਨੀ ਨਾਲ ਕੋਈ ਵੀ ਸਵਾਲ ਜਿਹੜਾ ਹੈਗਾ ਕਰ ਸਕਦੇ ਆ। ਨਾਰਮਲੀ ਤੁਹਾਨੂੰ ਅਸਾਈਨਮੈਂਟ ਵੀ ਭੇਜੂਗਾ ਮੈਂ, ਔਰ ਬੁੱਕ ਦੇ ਵਿੱਚ ਵੀ ਇਹਦੇ ਕੁਐਸਚਨ ਜਿਹੜੇ ਤੁਹਾਨੂੰ ਮਿਲ ਜਾਣਗੇ। ਠੀਕ ਹੈ ਬੇਟਾ, ਕੰਟੀਨਿਊ ਕਰਾਂ, ਕਿਸੇ ਨੂੰ ਕੋਈ ਸ਼ੱਕ ਇਹਦੇ 'ਚ? No sir। ਚਲੋ ਅਗਲੀ ਗੱਲ ਸੁਣੋ। ਇਹ ਸੀ ਸਾਡੀ ਕਨੈਕਟਡ ਮੋਸ਼ਨ। ਕਨੈਕਟਡ ਮੋਸ਼ਨ ਦਾ ਪਹਿਲਾ ਕੇਸ, ਜਿਹੜੇ ਕੇਸ ਦੇ ਵਿੱਚ ਐਕਸਲਰੇਸ਼ਨ A ਨਾਲ ਮੋਸ਼ਨ ਹੋ ਰਹੀ ਆ ਇੱਕ ਪਾਰਟਿਕੂਲਰ ਡਾਇਰੈਕਸ਼ਨ 'ਚ। ਠੀਕ ਆ, ਮੇਰੀ ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਕਿਉਂ ਬਈ? ਮੈਂ ਕੀ ਕਰਦਾ ਹੁਣ ਕਨੈਕਟਡ ਮੋਸ਼ਨ ਇਦਾਂ ਦੀ ਦੇਖੂੰਗਾ। ਕਨੈਕਟਡ ਮੋਸ਼ਨ ਦਾ ਕੇਸ ਨੰਬਰ 2, ਜਿਹ 'ਚ ਰੱਸੀਆਂ ਹੋਣ ਹੀ ਨਾ, ਜਿਹ 'ਚ 3 ਬੋਡੀਜ਼ ਪਈਆਂ ਔਰ ਮੈਂ ਉਹਨਾਂ ਨੂੰ ਫਿਰ ਪੁੱਲ ਕਰਕੇ ਜਾਂ ਪੁਸ਼ ਕਰਕੇ ਕਿਸੇ ਤਰੀਕੇ ਨਾਲ ਮੂਵ ਕਰਾਉਂਗਾ। ਦੇਖਦੇ ਹੋ ਕਿੱਦਾਂ ਮੂਵ ਕਰਦੀਆਂ। ਜਦੋਂ ਮੂਵ ਕਰਨਗੇ ਤਾਂ ਉਹਨਾਂ ਦੇ ਵਿਚਕਾਰ ਟੈਨਸ਼ਨ ਨਹੀਂ ਆਉਣੀ, ਬਿਕੋਜ਼ ਰੱਸੀ ਹੈ ਨਹੀਂ। ਟੈਨਸ਼ਨ ਹਮੇਸ਼ਾ ਰੱਸੀ 'ਚ ਪ੍ਰੋਡਿਊਸ ਹੁੰਦੀ ਆ। ਜੇ ਤੁਹਾਨੂੰ ਇਸ ਸਵਾਲ 'ਚ ਟੈਨਸ਼ਨ ਪੁੱਛੀ ਜਾਵੇ, ਮੈਂ ਵਾਰ-ਵਾਰ ਕਹਿ ਰਿਹਾ, 3 ਇਕੁਏਸ਼ਨਸ, 3 ਇਕੁਏਸ਼ਨਸ ਤੁਹਾਨੂੰ ਆਉਣੀਆਂ ਚਾਹੀਦੀਆਂ। ਇਹਨਾਂ ਤੋਂ ਤੁਸੀਂ ਟੈਨਸ਼ਨ ਕੈਲਕੂਲੇਟ ਕਰ ਸਕਦੇ, ਨਹੀਂ ਤੁਹਾਡੀ ਟੈਨਸ਼ਨ ਨਹੀਂ ਮਿਲਣੀ। ਓਕੇ, ਕੇਸ ਨੰਬਰ 2 ਪਾਵਾਂਗੇ। ਕੇਸ ਨੰਬਰ 2 ਦੇ ਵਿੱਚ ਵੀ ਮੋਸ਼ਨ ਤਾਂ ਹੋ ਰਹੀ ਹੈ ਐਕਸਲਰੇਸ਼ਨ A ਨਾਲ, ਠੀਕ ਆ। ਬਟ ਸਵਾਲ ਕੀ ਆ? ਸਵਾਲ ਥੋੜਾ ਜਿਹਾ ਪਹਿਲਾਂ ਨਾਲੋਂ ਡਿਫਰੈਂਟ ਆ। ਠੀਕ ਆ, ਐਤਵਾਰ ਸਾਡੇ ਕੋਲੇ ਰੱਸੀਆਂ ਹੈ ਨਹੀਂ। ਜਦੋਂ ਰੱਸੀਆਂ ਹੈ ਨਹੀਂ ਤੇ ਪੁੱਲ ਦੀ ਬਜਾਏ ਪੁਸ਼ ਕਰਨਾ ਪਊਗਾ। ਦਿਸ ਇਜ਼ ਦਾ ਕੇਸ ਨੰਬਰ 2। ਇਹ 2 ਨੰਬਰ ਕੇਸ ਬਣ ਗਿਆ ਸਾਡਾ। ਆ ਮੇਰੇ ਕੋਲੇ ਬੋਡੀ ਆ, ਇਸ ਬੋਡੀ ਦੇ ਉੱਪਰ ਇੱਕ ਹੋ ਗਿਆ, ਇਸ ਸਰਫੇਸ ਦੇ ਉੱਪਰ ਆ ਸਰਫੇਸ ਦੇ ਉੱਪਰ ਇੱਕ ਬੋਡੀ ਪਈ ਆ। ਆ ਦੂਜੀ ਬੋਡੀ ਮੈਂ ਰੱਖਤੀ, ਆ ਤੀਸਰੀ ਬੋਡੀ ਇੱਕ ਹੋਰ ਰੱਖਤੀ। ਮੈਂ 3 ਬੋਡੀਜ਼ ਮੈਂ ਆਪਦੀਆਂ ਯੂਜ਼ ਕਰ ਲਈਆਂ ਇੱਥੇ। 3 ਬੋਡੀਜ਼, ਤਿੰਨੋਂ ਦੇ ਮਾਸਸ ਦਿੱਤੇ ਹੋਏ ਆ ਬੇਟਾ। ਡਾਇਗਰਾਮ ਥੋੜਾ ਜਿਹਾ ਮੇਰੇ ਤੋਂ ਟੇਢਾ ਬਣ ਗਿਆ, ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਠੀਕ ਆ, 3 ਮਾਸਸ ਦਿੱਤੇ ਬੇਟਾ ਮੈਨੂੰ। ਕਿਹੜੇ ਦਿੱਤੇ ਆ? ਇਹਦਾ ਮਾਸ ਆ m1, ਇਹਦਾ ਹੀ ਮਾਸ, ਕਿਹਦਾ ਮਾਸ m1 ਮੰਨਣਾ? ਬੋਲੋ ਬਈ, ਕਿਸੇ ਦਾ ਵੀ ਮੰਨ ਲਾ, ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਐਤਵਾਰ ਮੈਨੂੰ ਦੱਸੋ ਵੀ ਪੁੱਲ ਕਰਿਆ ਬੋਡੀਜ਼ ਮੂਵ ਕਰ ਜਾਣਗੀਆਂ ਕਿ ਪੁਸ਼ ਕਰਨਾ ਪਊਗਾ? ਬੋਲੋ। ਪੁਸ਼ ਕਰਨਾ ਪਊਗਾ। ਇਹਨੂੰ ਧੱਕਾ ਮਾਰ ਕੇ ਮੂਵ ਕਰਾਉਣਾ ਪਊ ਕਿ ਜੇ ਮੈਂ ਇਹਨੂੰ ਪੁੱਲ ਕੀਤਾ ਤੇ ਕੱਲੀ ਬੋਡੀ ਅੱਡ ਹੋ ਜੂਗੀ, ਬਿਕੋਜ਼ ਰੱਸੀ ਤਾਂ ਬੰਨੀ ਨਹੀਂ ਹੋਈ। ਇਹਦਾ ਮਤਲਬ ਇਹ ਵੀ ਜੇ ਇਕੱਠੀਆਂ ਮੂਵ ਕਰਾਉਣੀ ਹੈ ਤਾਂ ਪੁਸ਼ ਕਰਨਾ ਪਊਗਾ। ਵੀ ਹੈਵ ਟੂ ਅਪਲਾਈ ਅ ਪੁਸ਼ਿੰਗ ਫੋਰਸ। ਲਓ ਜੀ, ਆ ਪੁਸ਼ਿੰਗ ਫੋਰਸ ਮੈਂ ਇਹਦੇ ਤੇ ਲਗਾਤਾ F। ਇਸ ਗੱਲ ਦਾ ਖਾਸ ਖਿਆਲ ਰੱਖਿਓ। M1 ਤੇ ਇੱਕ ਫੋਰਸ ਲੱਗਿਆ F। ਜਦੋਂ F ਅਪਲਾਈਡ ਫੋਰਸ ਇੱਥੇ ਲਾਇਆ ਤਾਂ ਇਹਨੇ ਇਹਨੂੰ ਧੱਕਾ ਮਾਰਿਆ, ਇਹਨੂੰ ਧੱਕਾ ਮਾਰਿਆ
ਧਿਆਨ ਨਾਲ ਸੁਣ ਲਓ, ਇੱਥੇ ਕੋਈ ਐਕਸਟਰਨਲ ਫੋਰਸ ਇਹਨਾਂ ਦੋਨਾਂ ਸਰਫੇਸਿਸ ਦੇ ਵਿਚਕਾਰ ਨਹੀਂ ਲੱਗ ਰਿਹਾ, ਸਿਰਫ ਤੇ ਸਿਰਫ ਇੰਟਰਨਲ ਫੋਰਸਿਸ ਆ, ਯਾਨੀ ਕਿ ਸਿਰਫ ਇੱਕ ਦੂਜੇ ਤੇ ਫੋਰਸ ਲੱਗ ਰਹੇ ਆ। ਜਦੋਂ ਫੋਰਸ ਲੱਗ ਰਹੇ ਹੋਣ ਤਾਂ ਨਿਊਟਨ ਦਾ ਥਰਡ ਲਾਅ ਕੀ ਬੋਲਦਾ? ਉਹ ਬੋਲਦਾ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਇਨ ਮੈਗਨੀਟਿਊਡ ਐਂਡ ਆਪੋਜ਼ਿਟ ਇਨ ਡਾਇਰੈਕਸ਼ਨ। ਐਫ ਫੋਰਸ ਨਾਲ ਮੈਂ ਇਹਨੂੰ ਧੱਕਾ ਮਾਰਿਆ ਤਾਂ ਇਹਨੇ ਇਹਨੂੰ ਧੱਕਾ ਮਾਰਿਆ, ਪਰ ਜਿੰਨਾ ਇਹਨੇ ਫੋਰਸ ਲਗਾਇਆ ਇੱਥੇ, ਮੰਨ ਲਓ ਵੀ ਸਮਾਲ f1 ਲਗਾਇਆ, ਤਾਂ ਉਹਦੇ ਬਰਾਬਰ ਦਾ ਫੋਰਸ m2 ਨੇ m1 ਤੇ ਵੀ ਲਗਾਤਾ ਪੁੱਠੇ ਪਾਸੇ ਸਮਾਲ f1। ਜਿਹਨੂੰ ਸਮਝ ਨਹੀਂ ਆਇਆ ਪੁੱਛ ਲਓ। ਯਾਨੀ ਕਿ ਦੋਨੋਂ ਬਾਡੀਜ਼ ਹੁਣ ਇੱਕ ਦੂਜੇ ਨੂੰ ਰਿਐਕਸ਼ਨ ਲਗਾ ਰਹੀਆਂ, ਐਕਸ਼ਨ ਐਂਡ ਰਿਐਕਸ਼ਨ। ਅੱਗੇ ਟੈਨਸ਼ਨ ਸੀ ਰੱਸੀ ਦੀ, ਹੁਣ ਐਕਸ਼ਨ ਰਿਐਕਸ਼ਨ ਆ। ਇਹਨੇ ਇਹਦੇ ਤੇ ਐਕਸ਼ਨ ਕੀਤਾ, ਉਹਨੇ ਇਹਦੇ ਤੇ ਰਿਐਕਸ਼ਨ ਲਗਾਤੀ, ਦੋਨਾਂ ਦੇ ਵਿਚਕਾਰ ਫੋਰਸ ਲੱਗਿਆ f1। ਓਕੇ, ਇਸੇ ਤਰੀਕੇ ਨਾਲ m2 ਨੇ m3 ਨੂੰ ਧੱਕਾ ਮਾਰਿਆ ਤੇ ਇੱਧਰ ਵੱਲ ਨੂੰ ਫੋਰਸ ਲੱਗਿਆ f3, ਔਰ ਵਾਪਸ ਵੱਲ ਨੂੰ ਉਹਨੇ ਰਿਐਕਸ਼ਨ ਦੇਤੀ, ਉਹ ਲੱਗੀ f2 ਲਾ ਦੇਣਾ, f2 ਔਰ f2। ਕੋਈ ਸ਼ੱਕ ਕਿਸੇ ਨੂੰ ਬੇਟਾ ਇਹਦੇ ਵਿੱਚ? ਤੇ ਬਾਡੀ ਜਿਹੜੀ ਸਾਰੇ ਦਾ ਸਾਰਾ ਸਿਸਟਮ ਆ, ਉਹ ਇੱਧਰ ਵੱਲ ਨੂੰ ਮੋਸ਼ਨ ਕਰਨ ਲੱਗ ਗਿਆ, ਔਰ ਮੋਸ਼ਨ ਵਿਦ ਐਕਸਲਰੇਸ਼ਨ ਕਿੰਨੀ? ਮੋਸ਼ਨ ਵਿਦ ਐਕਸਲਰੇਸ਼ਨ a, ਇਹ ਐਕਸਲਰੇਸ਼ਨ ਨਾਲ ਮੂਵ ਕਰਨ ਲੱਗ ਗਿਆ। ਬੇਟੇ ਜੀ ਕਹਾਣੀ ਸਮਝ ਆ ਰਹੀ ਕਿ ਨਹੀਂ ਆ ਰਹੀ? ਇਹ ਐਕਸਲਰੇਸ਼ਨ ਦੇ ਨਾਲ ਬਾਡੀ ਮੂਵ ਕਰਨ ਲੱਗ ਗਈ ਇੱਕ ਹੀ ਪਾਸੇ ਨੂੰ। ਇੱਕ ਬਾਡੀ ਨੇ ਮੂਵ ਕਰੀ, ਸਾਰਾ ਸਿਸਟਮ ਮੂਵ ਕੀਤਾ। ਇਦਾਂ ਦੇ ਕੇਸ ਦੇ ਵਿੱਚ ਜੇ ਫ੍ਰੀ ਬਾਡੀ ਡਾਇਗਰਾਮ ਬਣਾਉਣੇ ਹੋਣ, ਆਹ ਡਾਇਗਰਾਮ ਅਲੱਗ ਕਰੋ, ਆਹ ਡਾਇਗਰਾਮ ਅਲੱਗ ਕਰੋ, ਆਹ ਡਾਇਗਰਾਮ ਅਲੱਗ ਕਰੋ। ਮੈਂ ਹੁਣ ਬਾਕਸ ਨਹੀਂ ਬਣਾਉਂਦਾ ਪਿਛਲੀ ਵਾਰ ਵਾਂਗੂ, ਮੈਂ ਵੈਸੇ ਹੀ ਸਮਝਾਤਾ ਤੁਹਾਨੂੰ ਵੀ ਇਦਾਂ ਇਦਾਂ, ਠੀਕ ਆ। ਜ਼ਰੂਰੀ ਨਹੀਂ ਵੀ ਆਹ ਮਾਸ m1 ਹੋਵੇ, ਆਹ m3 ਵੀ ਹੋ ਸਕਦਾ, ਆਹ m1 ਵੀ ਹੋ ਸਕਦਾ, ਆਹ m2 ਵੀ ਹੋ ਸਕਦਾ। ਘਰ ਦਾ ਰਾਜ ਆ ਤੁਹਾਡਾ, ਜਿੱਦਾਂ ਮਰਜ਼ੀ ਮਾਸ ਲਿਖ ਲਓ, ਪਰ ਸਵਾਲ ਦੇ ਵਿੱਚ ਧਿਆਨ ਰੱਖਿਓ, ਗਲਤ ਨਾ ਕਰ ਦਿਓ। ਆ ਜਾਓ, ਪਹਿਲਾਂ m1 ਮਾਸ ਦੀ ਗੱਲ ਕਰੂੰਗਾ। m1 ਮਾਸ ਤੇ ਕਿੰਨੇ ਫੋਰਸਿਸ ਲੱਗੇ ਹੋਏ ਬਈ ਬੋਲੋ? m1 ਮਾਸ ਤੇ ਕਿੰਨੇ ਫੋਰਸ ਲੱਗੇ ਹੋਏ ਆ? ਕੀ ਗੱਲ ਹੈ, ਕੋਈ ਬੜਾ ਮੁਸ਼ਕਿਲ ਸਵਾਲ ਪੁੱਛਦਾ ਹੈ ਕਿ ਮੈਂ? ਗਗਨਦੀਪ? 2 ਸਰ। 2 ਲੱਗੇ ਦਿਖੀ ਜਾਂਦੇ ਸਾਨੂੰ, ਨਾਰਮਲ ਜੀ ਗੱਲ ਆ। m1 ਤੇ 2 ਫੋਰਸ ਲੱਗੇ ਆ, ਇੱਕ ਤਾਂ ਆ ਲੱਗਿਆ ਇੱਧਰ ਵੱਲ ਨੂੰ, ਇੱਕ ਆ f1 ਲਾਇਆ, m2 ਨੇ ਧੱਕਾ ਮਾਰਿਆ ਇੱਧਰ ਵੱਲ ਨੂੰ, ਇਹਦੇ ਤੇ 2 ਫੋਰਸ ਲੱਗਿਆ, ਇੱਕ f ਲੱਗਿਆ, ਇੱਕ f1 ਲੱਗਿਆ। ਤਾਂ ਵੱਡਾ ਕਿਹੜਾ ਇਹਨਾਂ ਦੋਨਾਂ ਚੋਂ, f ਜਾਂ f1? f ਵੱਡਾ, ਬਿਕੋਜ਼ ਮੋਸ਼ਨ ਪਰੇ ਨੂੰ ਜਾ ਰਹੀ ਹੈ। ਤਾਂ 4m1 ਮਾਸ ਵਾਸਤੇ f ਮਾਈਨਸ f1 is equal to m1 into a, ਨੈਟ ਫੋਰਸ ਆ ਗਿਆ ਮਾਸ into ਐਕਸਲਰੇਸ਼ਨ, ਇਕੁਏਸ਼ਨ ਨੰਬਰ 1। ਦੂਜੀ ਬਾਡੀ m2 ਤੇ ਵੀ 2 ਫੋਰਸ ਲੱਗੇ ਆ, ਪਰ ਕਿਉਂਕਿ ਬਾਡੀ ਪਰੇ ਨੂੰ ਮੂਵ ਕਰ ਰਹੀ ਹੈ ਤਾਂ f1 ਵੱਡਾ, f2 ਛੋਟਾ। ਉਹੀ ਪਿਛਲੀ ਵਾਰ ਵਾਂਗੂ ਟੈਨਸ਼ਨ ਦੀ ਥਾਂ ਤੇ f ਆ ਗਿਆ, ਹੁਣ ਹੋਰ ਕੁਝ ਨਹੀਂ, is equal to m2a, this is equation number 2। ਇਸੇ ਤਰੀਕੇ ਨਾਲ ਤੀਸਰੀ ਬਾਡੀ ਜਿਹੜੀ m3, ਇਹਦੇ ਤੇ f2 ਅੱਗੇ ਵੱਲ ਨੂੰ ਲੱਗਿਆ ਔਰ ਪਿੱਛੇ ਵੱਲ ਨੂੰ ਕੋਈ ਫੋਰਸ ਨਹੀਂ ਲੱਗਿਆ, ਇਹਦੇ ਤੇ ਇੱਕ ਹੀ ਫੋਰਸ ਲੱਗ ਰਿਹਾ, ਆਹ ਵਾਲਾ, ਹੋਰ ਕੋਈ ਫੋਰਸ ਪਰਲੇ ਸਰਫੇਸ ਤੇ ਲੱਗ ਨਹੀਂ ਰਿਹਾ। ਇਹਦਾ ਮਤਲਬ f2 is equal to m3 into a। ਇਹ ਸਾਡੇ ਕੋਲੇ ਬੇਟਾ ਇਕੁਏਸ਼ਨ ਨੰਬਰ 3। ਤੁਸੀਂ ਬੜੀ ਆਸਾਨੀ ਨਾਲ ਇਹਨੂੰ ਕੈਲਕੂਲੇਟ ਕਰ ਸਕਦੇ ਆ। ਤੁਸੀਂ f2 ਦੀ ਵੈਲਿਊ ਇੱਥੇ ਪੁੱਟ ਕਰੋ, ਫਿਰ ਉਹ f1 ਦੀ ਵੈਲਿਊ ਇੱਥੇ ਪੁੱਟ ਕਰੋ, ਤੁਹਾਨੂੰ ਆਨਸਰ ਮਿਲ ਜੂ। ਤੁਸੀਂ ਤਿੰਨਾਂ ਦਾ ਸਮ ਕਰ ਦਿਓ ਤਾਂ ਵੀ ਤੁਹਾਨੂੰ ਆਨਸਰ ਮਿਲ ਜੂ, ਜਿੱਦਾਂ ਮਰਜ਼ੀ ਕਹਿ ਲਓ, ਠੀਕ ਆ। ਇਹਨਾਂ ਤਿੰਨਾਂ ਨੂੰ ਅਲੱਗ-ਅਲੱਗ ਸੋਲਵ ਕਰੋਗੇ ਤਾਂ ਤੁਹਾਨੂੰ f1 f2 ਜਿਹੜੇ ਛੋਟੇ ਫੋਰਸਿਸ ਆ, ਇੰਟਰਨਲ ਫੋਰਸਿਸ ਦੋ ਬਾਡੀ ਦੇ ਵਿਚਕਾਰ, ਉਹ ਵੀ ਮਿਲ ਜਾਣਗੇ ਬੜੀ ਆਸਾਨੀ ਨਾਲ। ਇਹਨਾਂ ਇਕੁਏਸ਼ਨਸ ਨੂੰ ਸੋਲਵ ਕਰਨਾ ਪਊਗਾ ਬਸ। ਮੇਰਾ ਬੇਸਿਕ ਫੰਡਾ ਕੀ ਆ, ਮੈਂ ਇਹ ਮੰਨ ਕੇ ਚੱਲਦਾ ਕਿ ਜਦੋਂ ਬੱਚੇ ਨੂੰ ਪੜਾਉਣਾ ਹੈਗਾ ਤਾਂ ਬੱਚੇ ਦੇ ਕੁਐਸਚਨ ਜਿਹੜਾ ਆ ਉਹਦਾ ਕਨਸੈਪਟ ਕਲੀਅਰ ਹੋਵੇ। ਹੁਣ ਜੇ ਤੁਹਾਨੂੰ ਕਨਸੈਪਟ ਕਲੀਅਰ ਆ ਵੀ ਫ੍ਰੀ ਬਾਡੀ ਡਾਇਗਰਾਮ ਚੋਂ ਇਕੁਏਸ਼ਨ ਕਿਵੇਂ ਬਾਹਰ ਕੱਢਣੀ ਆ, ਫ੍ਰੀ ਬਾਡੀ ਡਾਇਗਰਾਮ ਚੋਂ ਇਕੁਏਸ਼ਨ ਕਿਵੇਂ ਬਾਹਰ ਕੱਢਣੀ ਆ, ਇਹਦੇ ਵਿੱਚੋਂ ਇਕੁਏਸ਼ਨ ਕਿਵੇਂ ਬਾਹਰ ਕੱਢਣੀ ਆ, ਤਾਂ ਮੈਨੂੰ ਹੋਰ ਕੁਝ ਸਮਝਾਉਣ ਦੀ ਲੋੜ ਨਹੀਂ। ਇਕੁਏਸ਼ਨਾਂ ਤੁਸੀਂ 9ਵੀਂ ਕਲਾਸ 'ਚ ਵੀ ਸੋਲਵ ਕੀਤੀਆਂ ਹੋਈਆਂ। ਤੁਹਾਨੂੰ ਇਹਨਾਂ ਚੋਂ ਭਾਵੇਂ ਕੈਪੀਟਲ F ਪੁੱਛ ਲਵੇ, ਭਾਵੇਂ F1 ਪੁੱਛ ਲਵੇ, F2 ਪੁੱਛ ਲਵੇ, ਠੀਕ ਆ। 3 ਚੀਜ਼ਾਂ ਪੁੱਛ ਸਕਦਾ, 3 ਇਕੁਏਸ਼ਨਸ ਤੋਂ, 3 ਇਕੁਏਸ਼ਨਸ ਚੋਂ 3 ਚੀਜ਼ਾਂ ਪੁੱਛ ਸਕਦਾ। 4 ਇਕੁਏਸ਼ਨ ਚਾਹੀਦੀਆਂ ਫਿਰ 4 ਚੀਜ਼ਾਂ ਵਾਸਤੇ, ਤਾਂ ਇਹਨਾਂ ਚੋਂ ਇੱਕ ਚੀਜ਼ ਤੁਹਾਨੂੰ ਦਿੱਤੀ ਹੋਊਗੀ, ਘੱਟ ਤੋਂ ਘੱਟ ਕੈਪੀਟਲ F ਦਿੱਤਾ ਹੋ ਸਕਦਾ, ਜਾਂ ਐਕਸਲਰੇਸ਼ਨ A ਵੀ ਦਿੱਤੀ ਹੋ ਸਕਦੀ ਬੇਟਾ। ਓਕੇ, ਆ ਜਾਓ। ਐਡਿੰਗ ਇਕੁਏਸ਼ਨ 1 2 ਐਂਡ 3, ਇਕੁਏਸ਼ਨ 1 + 2 + 3 ਐਡ ਕਰਤਾ। ਜਦੋਂ ਐਡ ਕਰਤਾ ਮੇਰੇ ਕੋਲ ਆ ਗਿਆ ਕੈਪੀਟਲ F ਮਾਈਨਸ F1 plus F1 minus F2 plus F2 is equal to sum करता M1 plus M2 plus M3 into acceleration A। ਤਾਂ ਬੇਟਾ F1 ਨਾਲ F1 ਕੈਂਸਲ, F2 ਨਾਲ F2 ਕੈਂਸਲ, ਤਾਂ ਬੇਟਾ ਮੇਰੇ ਕੋਲ ਕੈਪੀਟਲ F ਕਿੰਨਾ ਆ ਗਿਆ? ਮੇਰੇ ਕੋਲ ਕੈਪੀਟਲ F ਆ ਗਿਆ ਪੁੱਤਰ M1 plus M2
प्लस m3 into a, दिस इज द फोर्स। ਉਹੀ फार्मूला पिछली बार वाला आया, मैं कोई नवा नहीं बनाया, अपने आप आया। मतलब कहने का होवे भी भावें पुश होवे भावें पुल होवे, जे मैं नैट फोर्स फाइंड करना या एक्सेलरेशन फाइंड करनी है तो मैं आह वाला फार्मूला सेम लगा सकता। ठीक है, F इज इक्वल टू m1 प्लस m2 प्लस m3 into a, दिस इज द सैकंड कंसैप्ट। ये मेरा सैकंड कंसैप्ट आ और मैनू पूरी उम्मीद आ कि तुहानू ये कंसैप्ट बहुत अच्छा लग्या और बड़े वधिया तरीके दे नाल तुहानू समझ भी आया। तीसरे कंसैप्ट ते जाऊंगा मैं। तीसरा कंसैप्ट आ वर्टिकल। जदों बॉडीज नू वर्टिकली हैंग कीता होवे, समझ आ रही गल? एक तो हुंदा हैंग कीता होया, ओके, ਉਹਦੇ ਵਿੱਚ ਟੈਂਸ਼ਨ ਫਾਈਂਡ ਕਰਨੀ, ਇੱਕ ਉਹ ਚ ਐਕਸਲੇਸ਼ਨ ਪ੍ਰੋਡਿਊਸ ਹੋਈ ਹੈ, ਯਾਨੀ ਕਿ ਉੱਪਰ ਨੂੰ ਮੂਵ ਕਰਵਾ ਰਹੇ ਆ। ਇਹਦੇ ਵਿੱਚ ਫਰਦਰ ਦੋ ਕੇਸ ਬਣ ਜਾਂਦੇ ਆ। ਓਕੇ, ਆ ਜਾਓ, मैं कंसैप्ट क्लीयर करी जाना बेटा, सवाल नहीं रुकदा तुहाडा, मेरी गारंटी है इस गल दी। जे तुसीं इस चीज नूं चंगी तरह समझोगे तां तुहाडा क्वेश्चन खड़दा नहीं, तुहाडा क्वेश्चन मूव करो, भज्जूगा क्वेश्चन तुहाडा। ठीक है, तुसीं कंसैप्ट ते कंसंट्रेट करो बस। तो तीसरा कंसैप्ट मेरा की बोलदा, तीसरे कंसैप्ट दे विच बेटा मैं बॉडीज नूं टंगिया होया, मान लो कि एक बॉडी है, आ रस्सी बन के मैं दूजी बॉडी लाती इत्थे, इस बॉडी का मास कोई होर होगा, इस तरीके नाल रस्सी बन के एक बॉडी मैं होर लगाती। वी हैव 3 बॉडीज, मेरे को 3 बॉडीज आ, इहदा मास है m1, इहदा मास है m2 और इहदा मास है m3। इन्हां तिन्नां नूं इत्थे फड़ के रखण वास्ते मैं रस्सी एक बन के उहनूं उत्ते हैंग करता, किसी किली दे नाल टंगता है, कह लो, मेरी गल फॉलो कर रहे हैं? इहनूं मैं किसी किली दे नाल टंगता, किते हैंग करता। जो इनू मैं हैंग करता बेटा, तो जो m1 मास आ रस्सी 1 आ 2 आ 3, तो बेटा इदां दे केस दे विच इधर उपर वाल नूं जिहड़ा फोर्स ऐ कह लो भी इस रस्सी नूं फड़ के रखण वास्ते जिहड़ा फोर्स लगूगा वो फोर्स F हो सकदा। मैं फड़ के रखना इनू, मैं इदां नहीं भी इनू मूव कराउणा, कल्ला रोक के रखना। तो बेटा इनू F लिख सकदे। जे रस्सी दी टेंशन दी गल करनी आ तो रस्सी च उपर वाल नूं टेंशन कितनी प्रोड्यूस होई इत्थे, इनू मैं कैपिटल T लिखता, इनू मैं T1 T2 नहीं लिखा। ठीक है, मैं इनू T लिखा, एक टेंशन हो गई T। फिर उस तो बाद इहदा वेट आ गया बेटा इत्थे, एक तो इहदा वेट आ गया m1 जी पहली बॉडी का, फिर एक रस्सी की टेंशन भी अंदर वाल, आ देखो आ टेंशन T1, मतलब कहने का ये भी एक बॉडी ते 3 फोर्स लग रहे हैं। बार ध्यान नाल देखो, m1 ते एक फोर्स उपर वाल नूं लग्या, 2 थले नूं लगे, m2 ते एक उपर वाल नूं लग्या, नीचे वाल नूं एक तां उहदा वेट अपना m2 जी, एक टेंशन हो गई रस्सी दी T2, और जी T2 टेंशन है वो इत्थे भी उपर वाल नूं लगी है T2। जिन्हों बेटा समझ नहीं आया वो अपना क्वेश्चन कर सकदा, माइक ऑन कर लो सर। एक अपना माइक्रो मतलब दसो सर की हुंदा बेटा। मैं सिंपल गल कर रहा तुहाडे नाल, मैं ये गल कह रहा भी देखो इहदा वेट किधर वाल नूं है m1 दा, ये गल दसो मैनूं पहला। डाउनवर्ड सर, डाउनवर्ड कहना m1 जी लगना ही है, m2 दा m2 जी, m3 दा इत्थे लग गया नीचे वाल नूं m3 जी। ये वेट तो नैचुरल प्रोसैस है, वेट तो अपने आप ही आ जाना, बिकॉज इट डिपेंड्स अपॉन प्लैनेट। बट रस्सी च टेंशन जिहड़ी आ आऊगी हो कि नहीं आऊगी, मैनूं ये दसो, रस्सी खिंची हो कि नहीं हो? खिंची होगी सर। खिंची होगी तो टेंशन अंदर वाल नूं, दोनों एक दूजे नूं बैलेंस भी करनगे। आ देखो आ टेंशन अंदर वाल नूं T2 एक दूजे नूं बैलेंस भी करनगे, 2 रस्सियां लाइया दोनों च टेंशन। तीसरी दे विच टेंशन मैं जानबूझ के T लिखी, इहनूं T3 या T2 या T1 नहीं लिखिया। ठीक है, ये उपरों भी थल्ले वाल नूं देखनी होवे ते इत्थे T आ जाऊगी। समझ आ रही गल कि नहीं आ रही? ऊपर जे फोर्स देखना तो उन्होंने फड़ के रखने वास्ते फोर्स F ला दो भैया, हाउ मच फोर्स इज रिक्वायर्ड। ठीक है, टू हैंग द सिस्टम, सिस्टम नूं हैंग करके रखने वास्ते कितना फोर्स चाहिए, वो फोर्स T आ। कितना फोर्स चाहिए T फोर्स दे नाल मैं सिस्टम नूं फड़ के रख सकदा। ओके, सारा सिस्टम अलग तो कंसीडर करांगे। पहला आपां ओही फ्री बॉडी डायग्राम, ते फ्री बॉडी डायग्राम वास्ते मैं अलग अलग बॉडीज ते लगन वाले फोर्सेस दे हिसाब दे नाल बॉडी नूं अलग अलग कर लिया। एक सिस्टम हो गया, एक बॉडी हो गई, आ मेरे को दूजी बॉडी होगी, इसी तरीके नाल आ वाली बॉडी मेरे को थर्ड बॉडी हो। वी हैव 3 बॉडीज,
ਪਹਿਲਾਂ M1 ਚੱਕਾਂਗੇ, ਕਿਹੜੀ ਬੋਡੀ ਚੱਕੀ ਬੇਟਾ? ਮੈਂ ਤੁਹਾਨੂੰ ਕਨਸੈਪਟ ਸਮਝਾਈ ਜਾਣਾ ਹੈਗਾ, ਮੈਂ ਪਹਿਲਾਂ ਵੀ ਬੋਲਿਆ ਰੱਟਾ ਨਾ ਮਾਰਿਓ ਇਹਨੂੰ, ਜਿਹਨੂੰ ਰੱਟਾ ਮਾਰੋਗੇ ਭੁੱਲੋਗੇ ਤੁਸੀਂ, ਸਵਾਲ ਨਹੀਂ ਹੋਣਾ ਤੁਹਾਡੇ ਤੋਂ। ਫਿਜ਼ਾ ਧਿਆਨ ਨਾਲ ਸੁਣ ਲੈ ਪੁੱਤ, ਸਵਾਲ ਨਹੀਂ ਹੋਣਾ ਜੇ ਰੱਟਾ ਮਾਰੇਂਗੀ ਤਾਂ। ਟੈਂਸ਼ਨ T ਔਰ weight ਇਹਦਾ ਡਾਊਨਵਰਡ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਕੀ ਮੋਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ? ਮੋਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ? ਅਸੀਂ ਮੂਵ ਕਰਾਇਆ ਇਹਨੂੰ ਕਿਸੇ ਪਾਸੇ? ਲੈ ਬੋਲਦੇ ਹੀ ਨਹੀਂ। ਅਸੀਂ ਮੂਵ ਕਰਾਇਆ ਇਹਨੂੰ? No, sir. ਅਸੀਂ ਮੂਵ ਕੋਈ ਨਹੀਂ ਕਰਾਇਆ ਇਹਨੂੰ। ਜਦੋਂ ਅਸੀਂ ਮੂਵ ਨਹੀਂ ਕਰਾਇਆ ਤਾਂ ਉਦੋਂ ਨੈਟ ਫੋਰਸ 0 ਹੁੰਦਾ। ਜਦੋਂ ਮੋਸ਼ਨ ਹੈ ਨਹੀਂ ਨਾ, ਜਾਂ ਕਾਂਸਟੈਂਟ ਸਪੀਡ ਨਾਲ ਮੋਸ਼ਨ ਹੁੰਦੀ ਹੋਵੇ ਤਾਂ ਨੈਟ ਫੋਰਸ 0 ਹੁੰਦਾ। ਸਾਡੇ ਕੋਲ ਬੋਡੀ ਰੁਕੀ ਹੋਈ ਆ, ਜਦੋਂ ਸਾਡੇ ਕੋਲੇ ਬੋਡੀ ਰੁਕੀ ਹੋਈ, ਸਿਸਟਮ ਰੁਕਿਆ ਹੋਇਆ, ਤੇ ਇਹਦੇ ਤੇ ਲੱਗਣ ਵਾਲਾ ਨੈਟ ਫੋਰਸ 0। ਇਹਦੇ ਤੇ ਫੋਰਸ ਕਿੰਨਾ ਲੱਗਿਆ? ਉੱਪਰ ਵੱਲ ਨੂੰ ਲੱਗਿਆ T, ਨੀਚੇ ਵੱਲ ਨੂੰ ਲੱਗਿਆ T1 + mg। ਤਾਂ ਡਾਊਨਵਰਡ ਫੋਰਸ ਤੇ ਅਪਵਰਡ ਫੋਰਸ ਨੂੰ ਬਰਾਬਰ ਕਰ ਦਿਓ। ਡਾਊਨਵਰਡ ਫੋਰਸ ਤੇ ਅਪਵਰਡ ਫੋਰਸ ਨੂੰ ਬਰਾਬਰ ਕਰ ਦਿਓ। ਠੀਕ ਆ ਬੇਟਾ? ਤਾਂ ਮੇਰੇ ਕੋਲੇ ਕੀ ਆ ਗਿਆ? ਮੇਰੇ ਕੋਲ M1 ਮਾਸ ਵਾਸਤੇ ਆ ਗਿਆ T = m1g + T1 ਜਾਂ T1 + m1g। ਇਹ ਮੇਰੇ ਕੋਲ ਇੱਕ ਇਕੁਏਸ਼ਨ ਆ ਗਈ, T1 + m1g, ਇਕੁਏਸ਼ਨ ਨੰਬਰ 1 ਫॉर m2। ਬੇਟਾ m2 ਮਾਸ ਵਾਸਤੇ ਮੈਂ ਇਕੁਏਸ਼ਨ ਲਿਖੀ, ਤਾਂ ਇੱਥੇ ਕੀ ਆ? ਉੱਪਰ ਵੱਲ ਨੂੰ T1 = T2 + m2g। ਉੱਪਰ ਵਾਲੇ ਔਰ ਨੀਚੇ ਵਾਲੇ ਫੋਰਸਸ ਆਪਸ ਚ ਐਡ ਹੋ ਰਹੇ ਆ, ਹੋਰ ਕੁਝ ਨਹੀਂ। ਦਿਸ ਇਜ਼ ਇਕੁਏਸ਼ਨ ਨੰਬਰ 2। ਉੱਪਰ ਵੱਲ ਨੂੰ ਲੱਗਣ ਵਾਲੇ ਫੋਰਸ ਤੇ ਨੀਚੇ ਵੱਲ ਨੂੰ ਲੱਗਣ ਵਾਲੇ ਫੋਰਸ ਆਪਸ ਚ ਇਕੁਅਲ ਹੋ ਰਹੇ ਆ, ਬਰਾਬਰ ਹੋ ਰਹੇ ਆ, ਬਸ ਹੋਰ ਕੁਝ ਨਹੀਂ ਕਰਨਾ। ਜੇ ਐਕਸਲਰੇਸ਼ਨ ਪ੍ਰੋਡਿਊਸ ਹੋਵੇ ਤਾਂ ਵੱਡੇ ਚੋਂ ਛੋਟਾ ਮਾਈਨਸ ਕਰੋ ਤੇ ਨੈਟ ਫਾਈਂਡ ਕਰ ਲਓ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਫਿਰ ਵੱਡੇ ਚੋਂ ਛੋਟਾ ਮਾਈਨਸ ਕਰੋ ਤੇ ਨੈਟ ਫਾਈਂਡ ਕਰ ਲਓ। ਮੈਂ ਕਨਸੈਪਟ ਤੇ ਕੰਸੈਂਟਰੇਟ ਕਰੂੰਗਾ, ਮੈਂ ਕੈਲਕੂਲੇਸ਼ਨ ਤੇ ਜਮਾ ਕੰਸੈਂਟਰੇਟ ਨਹੀਂ ਕਰਦਾ, ਕਿਉਂਕਿ ਕੈਲਕੂਲੇਸ਼ਨਸ ਤੁਸੀਂ ਕਰ ਸਕਦੇ ਆ। ਇੱਧਰ ਆ ਜਾਓ, T2 ਤੇ m3g ਇਕੁਅਲ ਆ। ਇਹ ਸਾਡੀ ਇਕੁਏਸ਼ਨ ਨੰਬਰ 3। ਇਹਨਾਂ ਤਿੰਨਾਂ ਨੂੰ ਜੇ ਤੁਸੀਂ ਐਡ ਕਰ ਦੋਗੇ ਤਾਂ ਵੀ ਤੁਹਾਡਾ ਆਨਸਰ ਆ ਜਾਊਗਾ। ਇਹਨਾਂ ਤਿੰਨੋਂ ਨੂੰ ਤੁਸੀਂ ਜੇ ਐਡ ਕਰ ਦੋਗੇ ਤਾਂ ਵੀ ਤੁਹਾਡਾ ਆਨਸਰ ਆ ਜਾਊਗਾ। ਐਡ ਕਰਕੇ ਆਨਸਰ ਆ ਜਾਊਗਾ। ਚੈੱਕ ਕਰੀਏ ਐਡ ਕਰਕੇ। ਇਕੁਏਸ਼ਨ 1 + 2 + 3। ਆਨਸਰ ਤੋਂ ਮੀਨਿੰਗ ਕੀ? ਆਨਸਰ ਕਿਹੜਾ ਆ ਜਾਊਗਾ? ਮਤਲਬ ਕਹਿਣ ਦਾ ਇਹ ਵੀ ਨੈਟ ਫੋਰਸ ਜਿਹੜਾ ਹੈ ਉਹਦੀ ਵੈਲਿਊ ਪਤਾ ਲੱਗ ਜੂ ਵੀ ਕਿੰਨੀ ਵੈਲਿਊ ਆ। ਨੈਟ ਫੋਰਸ ਮੇਰੇ ਕੋਲ ਟੈਂਸ਼ਨ T ਆ, ਇਹ ਨੈਟ ਫੋਰਸ ਹੈ ਸਾਰੀ ਸਿਸਟਮ ਨੂੰ ਹੈਂਗ ਕਰਨ ਵਾਸਤੇ। ਨਾਰਮਲੀ ਮੇਰਾ ਦਿਮਾਗ ਇਹ ਕਹਿੰਦਾ ਵੀ ਇਹਦਾ weight m1g, ਇਹਦਾ m2g ਤੇ ਇਹਦਾ m3g। ਠੀਕ ਆ? ਤਾਂ ਟੋਟਲ ਜਿਹੜਾ ਫੋਰਸ ਲੱਗੂਗਾ ਉਹ ਲੱਗੂ m1 + m2 + m3 × g। ਤਿੰਨਾਂ ਦੇ weight ਦੇ ਸਮ ਦੇ ਇਕੁਅਲ। ਔਰ ਦੇਖੀ ਚੈੱਕ ਕਰੀਏ ਆਉਂਦਾ ਇੰਨਾ ਕਿ ਨਹੀਂ ਆਉਂਦਾ। ਮੈਂ ਸਮ ਕਰਤਾ ਤਾਂ ਮੇਰੇ ਕੋਲ ਆ ਗਿਆ T + T1 + T2 = T1 + m1g + T2 + m2g और प्लस m3g। ਤਾਂ ਬੇਟਾ T1 ਨਾਲ T1 ਕੈਂਸਲ, T2 ਨਾਲ T2 ਕੈਂਸਲ। ਤਾਂ ਮੇਰੇ ਕੋਲ ਟੈਂਸ਼ਨ ਦੀ ਵੈਲਿਊ ਯਾਨੀ ਕਿ ਨੈਟ ਫੋਰਸ ਜਿਹੜਾ ਇਸ ਬੋਡੀ ਨੂੰ ਹੈਂਗ ਕਰਨ ਵਾਸਤੇ ਚਾਹੀਦਾ, ਉਹਦੀ ਵੈਲਿਊ ਆ ਗਈ m1g + m2g + m3g। ਇਹ ਬੇਟਾ ਸਾਰੇ ਸਿਸਟਮ ਦੇ weight ਦੇ ਇਕੁਅਲ ਹੈ ਕਿ ਨਹੀਂ ਹੈ? ਮੈਨੂੰ ਇਹ ਦੱਸਿਓ। ਇਹ ਸਾਰੇ ਸਿਸਟਮ ਦੇ weight ਦੇ ਇਕੁਅਲ ਆ ਗਿਆ, ਯਾਨੀ ਕਿ net force to hang the body must be equal to sum of weights of the all bodies। ਸਾਰੀਆਂ bodies ਦੇ weight ਦੇ sum ਦੇ ਇਕੁਅਲ ਆ। ਔਰ ਇਹ ਸਾਡੀ ਸਿੰਪਲ ਜੇ ਦਿਮਾਗ ਲਾਈਏ ਨਾ, ਅਕਲ ਲਾਈਏ ਆਪਾਂ, ਅਕਲ ਲਾਈਏ ਜੇ ਸਿੰਪਲ ਵੀ ਤਿੰਨ ਬਾਕਸ ਆ, ਤਿੰਨਾਂ ਨੂੰ ਮੈਂ ਇਦਾਂ ਚੱਕਣਾ ਆ, ਚੱਕ ਕੇ ਇੱਥੇ ਰੁਕਣਾ ਹੀ ਆ ਬਸ, ਕਿੰਨਾ ਫੋਰਸ ਲੱਗੂ। ਤਾਂ ਸਿੰਪਲ ਜੀ ਗੱਲ ਆ ਵੀ ਆਪਣਾ ਸਿੰਪਲ ਮਾਈਂਡ ਜੇ ਅਨਪੜ੍ਹ ਬੰਦੇ ਨੂੰ ਵੀ ਕਹੋਗੇ ਨਾ, ਉਹ ਵੀ ਬੋਲੂਗੇ ਵੀ ਤਿੰਨਾਂ ਦੇ ਫੋਰਸ ਜਿਹੜਾ weight ਆ ਉਹਦਾ ਸਮ ਕਰ ਲਓ, ਤਿੰਨਾਂ ਦੇ weight ਦਾ ਸਮ ਕਰ ਲਓ, ਤੁਹਾਨੂੰ ਨੈਟ ਫੋਰਸ ਮਿਲ ਜੂ। ਕੀ ਮੈਂ ਝੂਠ ਤਾਂ ਨਹੀਂ ਬੋਲਿਆ ਇਹਦੇ ਵਿੱਚ ਕੋਈ? ਸਾਡੀ ਥਿਊਰੀ ਸਾਡੇ ਪ੍ਰੈਕਟੀਕਲਸ ਨਾਲ ਹੀ ਮੈਚ ਕਰਦੀ ਹੈ ਬੇਟਾ, ਇਸ ਗੱਲ ਦਾ ਖਾਸ ਖਿਆਲ ਰੱਖਿਓ। ਠੀਕ ਆ? ਐਕਸਪੈਰੀਮੈਂਟ ਸਾਰੇ ਦੇ ਸਾਰੇ ਮੈਚ ਕਰਦੇ ਆ। ਤਾਂ ਜੇ ਮੈਂ ਇਹਨੂੰ ਹੋਰ ਸੋਲਵ ਕਰਾਂ ਤਾਂ ਮੇਰੇ ਕੋਲ T ਕਿੰਨਾ ਆ ਜਾਊਗਾ? ਇਹ ਆ ਜੂ m1 + m2 + m3 × g। ਟੈਂਸ਼ਨ ਦੀ ਵੈਲਿਊ ਯਾਨੀ ਕਿ ਨੈਟ ਫੋਰਸ, ਇਹ T ਕੀ ਆ? ਇਹ ਵੈਸੇ ਤਾਂ ਟੋਟਲ ਫੋਰਸ ਆ ਟੂ ਹੈਂਗ ਦਾ ਬੋਡੀ, ਬੋਡੀ ਨੂੰ ਹੈਂਗ ਕਰਨ ਵਾਸਤੇ ਟੋਟਲ ਫੋਰਸ ਆ, ਟੋਟਲ ਫੋਰਸ ਟੂ ਹੈਂਗ ਦਾ ਸਿਸਟਮ ਸਾਰੇ ਨੂੰ ਹੈਂਗ ਕਰਨ ਵਾਸਤੇ ਟੋਟਲ ਫੋਰਸ ਆ। ਮੈਨੂੰ ਪੂਰੀ ਉਮੀਦ ਆ ਬੇਟਾ ਤੁਹਾਨੂੰ ਸਮਝ ਆ ਗਿਆ। ਜੇ ਕਿਸੇ ਨੂੰ ਨਹੀਂ ਸਮਝ ਆਇਆ ਉਹ ਆਪਣਾ ਕੁਐਸਚਨ ਕਰ ਸਕਦਾ। ਬੋਲੋ ਬਈ, ਜਲਦੀ ਬੋਲੋ।
ਇਹ ਬੇਟਾ ਕਨੈਕਟਡ ਮੋਸ਼ਨ ਆ ਮੇਰੇ ਕੋਲੇ। ਇਹਦਾ ਲਾਸਟ ਇੱਕ ਕੇਸ ਹੋਰ ਰਹਿ ਗਿਆ, ਉਹ ਵੀ ਕਰ ਲਓ। ਚੌਥੇ ਕੇਸ 'ਚ ਅਸੀਂ ਕੀ ਕਰਾਂਗੇ, ਅਸੀਂ ਐਸੇ ਹੀ ਸਿਸਟਮ ਨੂੰ ਉੱਪਰ ਨੂੰ ਮੂਵ ਕਰਵਾਵਾਂਗੇ। ਉੱਪਰ ਵੱਲ ਨੂੰ ਮੈਂ ਇਹ ਐਕਸਲਰੇਸ਼ਨ ਦੇਤੀ, ਉੱਪਰ ਵੱਲ ਨੂੰ ਸਾਰੇ ਸਿਸਟਮ ਨੂੰ ਮੂਵ ਕਰਵਾਤਾ, ਤਾਂ ਮੇਰਾ ਨੈਕਸਟ ਕੇਸ ਬਣ ਜਾਊਗਾ। ਜਦੋਂ ਮੋਸ਼ਨ ਆ ਜਾਵੇ ਤਾਂ ਵੱਡੇ ਫੋਰਸ 'ਚੋਂ ਛੋਟਾ ਮਾਈਨਸ ਹੁੰਦਾ ਤੇ ਨੈਟ ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਨਹੀਂ ਦੱਸ ਚੁੱਕਿਆ। ਨੈਟ ਫੋਰਸ ਫਾਈਂਡ ਕਰਨਾ ਨਾ, ਤਾਂ ਕਿੱਦਾਂ ਫਾਈਂਡ ਕਰੋਗੇ, ਵੱਡੇ ਫੋਰਸ 'ਚੋਂ ਛੋਟਾ ਫੋਰਸ ਮਾਈਨਸ ਕਰੋ, is equal to mass into acceleration of the body। ठीक है, that's it, ਇੰਨੇ ਕੰਮ। ਔਰ ਐਕਸਲਰੇਸ਼ਨ ਕਿਉਂਕਿ ਉੱਪਰ ਵੱਲ ਨੂੰ ਮੂਵ ਕਰਾਉਣਾ ਤਾਂ ਤਿੰਨਾਂ ਦੀ ਸੇਮ ਹੋਊਗੀ, ਜਿੰਨੀ ਐਕਸਲਰੇਸ਼ਨ ਪਹਿਲੇ 'ਚ ਪ੍ਰੋਡਿਊਸ ਹੋਊਗੀ ਉਨੀ ਦੂਜੇ 'ਚ ਪ੍ਰੋਡਿਊਸ ਹੋਊਗੀ, ਉਨੀ ਤੀਜੇ 'ਚ ਪ੍ਰੋਡਿਊਸ ਹੋਊਗੀ। ਤਾਂ ਕਰਕੇ ਸਾਡੇ ਫੋਰਸਸ ਜਿਹੜੇ ਆ ਉਹ ਵੀ ਜਿਹੜੇ ਹੈਗੇ ਆ, ਜੇ ਮੰਨ ਲਓ ਮੂਵ ਕਰਵਾਵਾਂਗੇ ਜਦੋਂ ਆਪਾਂ ਇਹ ਐਕਸਲਰੇਸ਼ਨ ਦੇ ਨਾਲ, ਠੀਕ ਆ, ਤਾਂ ਉਸ ਕੰਡੀਸ਼ਨ 'ਚ ਜਿਹੜੇ ਫੋਰਸਸ ਆ ਉਹਨਾਂ ਦੀ ਵੈਲਿਊ ਬੜੀ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ। ਦੇਖੋ ਕਿੱਦਾਂ, ਟੈਂਸ਼ਨ ਦੀ ਵੈਲਿਊ ਵੀ ਕੈਲਕੂਲੇਟ ਕਰ ਸਕਦੇ, ਟੈਂਸ਼ਨ ਇਸ ਕੇਸ 'ਚ ਵੀ ਕੈਲਕੂਲੇਟ ਕਰ ਸਕਦੇ ਆ। ਇਹ ਕੋਈ ਹੋਰ ਟੈਂਸ਼ਨ ਆ, ਹੁਣ ਟੈਂਸ਼ਨ ਕੋਈ ਹੋਰ ਹੋਊਗੀ, ਰੱਸੀ 'ਚ ਟੈਂਸ਼ਨ ਚੇਂਜ ਹੋ ਜਾਊਗੀ। ਕਿਉਂ? ਬਿਕੋਜ਼ ਹੁਣ ਮੋਸ਼ਨ ਆ ਗਈ, ਮੋਸ਼ਨ ਦੇ ਵਿੱਚ ਟੈਂਸ਼ਨ ਚੇਂਜ ਹੋ ਜਾਂਦੀ ਆ। ਤਾਂ ਬੇਟਾ ਧਿਆਨ ਨਾਲ ਸੁਣ ਲਿਓ, ਹੁਣ ਮੈਂ T1 ਟੈਂਸ਼ਨ ਲਗਾ ਕੇ ਜਾਂ ਮੈਂ F ਫੋਰਸ ਲਗਾ ਕੇ ਉੱਪਰ ਵੱਲ ਨੂੰ ਐਕਸਲਰੇਸ਼ਨ ਪ੍ਰੋਡਿਊਸ ਕਰਾਈ, ਮੋਸ਼ਨ ਕਿੱਧਰ ਵੱਲ ਨੂੰ ਹੋਈ, ਉੱਪਰ ਵੱਲ ਨੂੰ, motion with acceleration A। बेटा A acceleration ਦੇ ਨਾਲ motion produce ਹੋਈ, motion with acceleration A। बेटा A acceleration ਦੇ ਨਾਲ motion ਆ ਗਈ। ਕਿਸੇ ਬੱਚੇ ਨੂੰ ਕੋਈ ਸ਼ੱਕ, ਇਹ motion ਇਕੱਲੇ ਇਹਦੇ 'ਚ ਨਹੀਂ ਆਈ, ਇਹ ਸੈਕੰਡ 'ਚ ਵੀ ਆਈ ਹੈ, ਥਰਡ 'ਚ ਵੀ ਆਈ। ਡਾਇਗਰਾਮ ਤੁਸੀਂ ਦੁਬਾਰਾ ਬਣਾ ਲਓ, ਫ੍ਰੀ ਬੋਡੀ ਉਹੀ ਆ, ਅਲੱਗ ਤੋਂ ਨਹੀਂ ਗਿਆ ਕੋਈ। ਜਿਹੜੀਆਂ ਫ੍ਰੀ ਬੋਡੀਜ਼ ਪਹਿਲਾਂ ਸੀ ਉਹੀ ਆ, ਅਲੱਗ ਤੋਂ ਕੋਈ ਬੋਡੀ ਹੈ ਨਹੀਂ। ਆ ਇਕੁਏਸ਼ਨਸ ਜਿਹੜੀਆਂ ਇਹ ਆਪਾਂ ਨੂੰ ਸੋਲਵ ਕਰਨੀਆਂ ਪੈਣਗੀਆਂ, ਠੀਕ ਹੈ। ਇਹ ਮੈਂ ਦੁਬਾਰਾ ਲਿਖ ਦੂੰਗਾ, ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਕੁਏਸ਼ਨਸ ਮੈਂ ਦੁਬਾਰਾ ਲਿਖ ਦੂੰਗਾ, शाबाश। डायग्राम जल्दी से ड्रॉ करो। ਤਾਂ ਬੇਟਾ ਜਦੋਂ ਅਸੀਂ ਇਹ ਡਾਇਗਰਾਮ ਕੰਪਲੀਟ ਕਰ ਲਿਆ, ਹੁਣ ਅਸੀਂ ਇਕੁਏਸ਼ਨਸ ਲਿਖਣੀਆਂ। ਇਕੁਏਸ਼ਨਸ ਅਸੀਂ ਪਹਿਲਾਂ m1 ਮਾਸ ਦੀ ਕੰਸੀਡਰ ਕਰਾਂਗੇ, ਫਿਰ m2 ਮਾਸ ਦੀ, ਫਿਰ m3 ਮਾਸ ਦੀ। ਤਿੰਨਾਂ ਦੇ ਵਿੱਚ ਇੱਕ ਗੱਲ ਕਲੀਅਰ ਹੋ ਰਹੀ ਆ ਕਿ ਮੋਸ਼ਨ ਆ ਰਹੀ ਹੈ ਉੱਪਰ ਵੱਲ ਨੂੰ ਵਿਦ ਐਕਸਲਰੇਸ਼ਨ a। ਜੇ ਐਕਸਲਰੇਸ਼ਨ ਮੋਸ਼ਨ ਹੋ ਰਹੀ ਹੈ, ਇਟ ਮੀਨਸ ਨੈਟ ਫੋਰਸ ਜ਼ੀਰੋ ਹੈ ਨਹੀਂ। ਇਹਦਾ ਮਤਲਬ ਆਹ ਫੋਰਸ ਵੱਡਾ ਔਰ ਨੀਚੇ ਵਾਲਾ ਫੋਰਸ ਛੋਟਾ। ਉੱਪਰ ਫੋਰਸ ਵੱਡਾ, नीचे वाला फोर्स छोटा, नीचे वाला फोर्स है m1g प्लस t1। देखो ध्यान दे नाल सुन लियो, आ वड्डे फोर्स चो छोटा फोर्स, छोटा एक नहीं गा, दो है, m1g प्लस t1। इनू मैं माइनस करता तो मेरे को नैट फोर्स कितना आ गया, नैट फोर्स आ गया m1a। जिन्हों बेटा नहीं समझ आया पूछ लो, जिन्हों समझ नहीं आया पूछ लो। वड्डे चो छोटा माइनस किया, छोटा एक बार एक नहीं गा, आ दोने रल के भी ये बराबर नहीं आए, ठीक है। छोटा फोर्स एक नहीं है, छोटे फोर्स दो आ, दोनों का एडिशन कर लिया। दिस F माइनस सम ऑफ बोथ ऑफ दीज इज इक्वल टू मास इनटू एक्सेलरेशन। इसी तरीके नाल m2 बॉडी दे वास्ते की होगा, टेंशन वड्डी ऊपर वाली, नीचे वाले आ दोनों छोटे, तो टेंशन T1 माइनस ये आऊगा m2g प्लस T2, m2g प्लस T2 इज इक्वल टू m2a। दिस इज इक्वेशन नंबर 1। आ वाली तुहाडी इक्वेशन नंबर 2। तीसरी इक्वेशन दे विच मेरे को दो ही फोर्स है, T2 वड्डा ते m3g छोटा, तो T2 माइनस m3g इज इक्वल टू m3a। आ बेटा मेरे को इक्वेशन नंबर 3 आ गई। ये पिछले कंसैप्ट जिहड़े कीते आ उन्हां तो थोड़ी जी डिफर करदी है, ये पिछले कंसैप्ट जिहड़े कीते आ उन्हां तो थोड़ी जी डिफर करदी है। एक नंबर इक्वेशन चो मैं की करूंगा बेटा, देखो करना तो कोई वड्डी गल नहीं, कोई लम्मा चौड़ा काम है नहीं, आपां पिछली बार वांगू ऐड करांगे, साडा आंसर आ जाऊगा। पर मैं हल्का जिहा जे इहनूं सॉल्व करना चाहां तो मेरे को सोल्यूशन की बनता, जे मैं इहनूं सॉल्व करना चाहां आ चीज परले पासे जाके ऐड हो जाती है। चलो ऐड इदां ही कर दो, आपां नूं कंसैप्ट आ गया, क्लीयर हो गया कंसैप्ट अपने, ठीक है। इक्वेशन नंबर 1 प्लस 2 प्लस 3 जे मैं ऐड करा तो मैनूं मिलता की आ, मैनूं मिलता F माइनस m1g प्लस T1 ब्रैकेट दे विच प्लस T1 माइनस m2g प्लस T2 प्लस T2 माइनस m3g इज इक्वल टू आ तीनों का सम हो गया m1a प्लस m2a प्लस m3a। मैं सिंसीयरली सम करता सारा,
मैं सिंसीयरली सारियां इक्वेशनस ਨੂੰ ਐਡ ਕਰਤਾ, ਕੋਈ ਆਪਦੇ ਵੱਲੋਂ ਦਿਮਾਗ ਨਹੀਂ ਚਲਾਇਆ, ਠੀਕ ਹੈ। ਬਟ ਹੁਣ ਜਦੋਂ ਮੈਂ ਇਹਨੂੰ ਓਪਨ ਕਰੂੰਗਾ ਤਾਂ ਮੇਰੇ ਕੋਲ ਕਿੰਨਾ ਆਇਆ -m1g + t1 ਪਲੱਸ ਮਾਈਨਸ ਮਾਈਨਸ, ਇਹ ਬਣ ਗਿਆ -t1 ਤੇ ਪਲੱਸ t1 -m2g -t2 माइनस प्लस माइनस और प्लस t2 -m3g, इधरों कॉमन ले लो a, विच रह गया m1 + m2 + m3 इंटू a। इधर भी जे देखा जाए तो बेटा टेंशन t1 कैंसल होगी, t2 कैंसल होगी, ते बाकी तीन इक्वेशनस जिहड़ियां 1 2 ते 3 टर्म आउंदियां, इन्हां चों g कॉमन आउंदा साडा। तो बेटा मेरे को f = f माइनस ब्रैकेट च लिखो m1 + m2 + m3, क्योंकि माइनस कॉमन ले लिया, इंटू g, माइनस बाहर कॉमन ले लिया, g अलग कर लिया, m1 + m2 + m3 इंटू g = m1 + m2 + m3 इंटू a। ਇਹ ਤੁਹਾਡੀ ਜਿਹੜੀ ਚੀਜ਼ ਬਣੀ ਨੈਟ ਫੋਰਸ, ਜੇ ਕੋਈ ਪੁੱਛੇ ਤੁਹਾਨੂੰ ਕਿੰਨਾ ਲੱਗਿਆ ਜਾਂ ਤੁਹਾਨੂੰ ਕੋਈ ਐਕਸਲੇਸ਼ਨ ਪੁੱਛ ਲਵੇ ਤਾਂ ਤੁਸੀਂ ਇਸ ਇਕੁਏਸ਼ਨ ਤੋਂ ਫਾਈਂਡ ਕਰਕੇ ਦੇ ਸਕਦੇ ਆ। ਮੈਂ ਜਮਾਂ ਨਹੀਂ ਤੁਹਾਨੂੰ ਸਲਾਹ ਦਿੰਦਾ ਵੀ ਤੁਸੀਂ ਇਹ ਇਕੁਏਸ਼ਨ ਰੱਟਾ ਮਾਰੋ, ਮੇਰੀ ਕੋਈ ਸਲਾਹ ਨਹੀਂ ਇਦਾਂ ਦੀ। ਮੈਂ ਤਾਂ ਤੁਹਾਨੂੰ ਇਹ ਦੱਸੂਗਾ ਵੀ ਆ 3 ਇਕੁਏਸ਼ਨਾਂ ਬਣਾਉਣੀਆਂ ਸਿੱਖੋ ਬਸ। ਜੇ ਤੁਸੀਂ ਇਹ 3 ਇਕੁਏਸ਼ਨ ਬਣਾਉਣੇ ਆ ਤਾਂ ਤੁਸੀਂ ਸੋਲੂਸ਼ਨ ਕਰਕੇ ਆਨਸਰ ਦੇ ਦਿਓ ਬਸ, ਹੋਰ ਕੁਝ ਨਹੀਂ ਕਰਨਾ। ਜਮਾਂ ਘੋਟਾ ਨਾ ਚਾੜਿਓ, ਰੱਟਾ ਨਾ ਮਾਰਿਓ ਵੀ ਇਕੁਏਸ਼ਨ ਇਦਾਂ ਬਣਾਉਣੀ ਆ, ਇਦਾਂ ਦਾ ਕੋਈ ਮੈਟਰ ਹੈ ਨਹੀਂ। ਆ ਜਾਓ, ਤਾਂ f = ਕਿੰਨਾ ਆ ਗਿਆ m1 + m2 + m3 इंटू g, उधर जाके पॉजिटिव हो गया, प्लस m1 + m2 + m3 इंटू a। तो बेटा जे मैं नैट फोर्स फाइंड करना हो तो मेरे को नैट फोर्स कितना आ गया m1 + m2 + m3 कॉमन आ गया, और ब्रैकेट च रह गया g + a। ये बेटा साडे कोल नैट फोर्स की वैल्यू। नैट फोर्स जिहड़ा आ वो पिछली बार वाल नालों वध गया। पिछली बार नैट फोर्स देखो इस तो जस्ट पहले केस च, तीसरे नंबर केस दे विच, आ 4 नंबर केस आ साडा, जिहड़ा 3 नंबर केस सीगा, 3 नंबर केस दे विच जिहड़ा नैट फोर्स आया सी वो आया सी m1 + m2 + m3 इंटू g, क्योंकि उत्थे मोशन है नहीं सी। हुण जदों मोशन आ गई तो एक्सेलरेशन आ गई, जदों मोशन आ गई तो एक्सेलरेशन आ गई, ते जदों एक्सेलरेशन आ गई तो यही जिहड़ी बॉडी आ ये बॉडी उपर वाल नूं मूव करना शुरू कर गई। बेटे जी कोई शक किसी नूं? ओके, यही बॉडी उपर वाल नूं मूव करना शुरू कर गई। जदों ये बॉडी उपर वाल नूं मूव करना शुरू कर गई, ओके, ये एक्सेलरेशन दे नाल, तां जिन्नू जिहड़ा फोर्स पहला लगा रही सी असीं हैंग करन वास्ते, एतकी वार उस तो ज़्यादा वड्डा फोर्स चाहिदा मैनूं। जिन्ना फोर्स मैं पहला लगा रहा सी इहनूं हैंग करन वास्ते, एतकी वार उस फोर्स तो वड्डा फोर्स मैनूं चाहिदा हैगा जे मैं बॉडी नूं ये एक्सेलरेशन दे नाल मूव कराउणा। और फोर्स की वैल्यू है जी दे विच, वो एक्सेलरेशन ए जिन्नी फालतू दित्ती है एक्सेलरेशन आपां वो इहदे विच जी च ऐड करती। दिस इज द कंसैप्ट। ये बेटा कंसैप्ट आ, कंसैप्ट ते कंसनट्रेट करोगे सवाल अपने आप हो जाएंगे, जे कंसैप्ट ते कंसनट्रेट नहीं करोगे तो तुहाडे सवाल नहीं हुंदे। इस गल दी मेरी भी गारंटी है, गल दस देना तुहानूं। किसी बच्चे नूं हजे तक कोई गल ना समझ आई होवे, वो बच्चा अपना देखो, मैं एक न्यूमेरिकल स्टार्ट करदा बेटा। क्वेश्चन आ मेरे कोले, मेरी मर्जी का क्वेश्चन आ, क्वेश्चन मेरी मर्जी का बेटा, आपां किसी बुक चों नहीं चक्या। आ एक बॉडी आ, आ एक होर बॉडी है, आ बेटा 10 kg दी है, आ 5 kg दी। समझ आ रही गल? जी 5 kg दी बॉडी है, इहदे ते मैं फोर्स लगाया, इन दोनों में रस्सी नाल बन्निया होया। किहदे नाल बन्निया होया बेटा? रस्सी नाल। इहदे ते फोर्स लगाया मैं, F = 20 न्यूटन। मेरी मर्जी का सवाल है। F = 20 न्यूटन का मैं फोर्स लगाया। ये सरफेस समूथ सरफेस आ, कोई फ्रिक्शन है नहीं, समूथ सरफेस आ जिहदे ते मूव कर रहे हैं, स्लिप करके जा रहे वधिया तरीके दे नाल। F = 20 न्यूटन। सवाल की आ, कहंदा कैलकुलेट नंबर 1 एक्सेलरेशन ऑफ सिस्टम, सिस्टम च एक्सेलरेशन कितनी है पता करो। नंबर 2 टेंशन इन स्ट्रिंग, रस्सी च टेंशन कितनी है पता करो। 2 सवाल होए, नोट करो बई, 2 सवाल होए, नोट करो। पहला एक्सेलरेशन पता करो सिस्टम दी, क्योंकि फोर्स लग गया, स्मूथ सरफेस है तो सिस्टम च एक्सेलरेशन तो पैदा होनी है।
ਐਕਸਲੇਸ਼ਨ ਜਿਹੜੀ ਫਾਈਂਡ ਕਰਨ ਦਾ ਮੈਥਡ ਮੈਂ ਤੁਹਾਨੂੰ ਜਸਟ ਅੱਗੇ ਦੱਸਿਆ ਸੀ। ਜੇ ਨਹੀਂ ਯਾਦ ਭੁੱਲ ਗਏ ਕੋਈ ਚੱਕਰ ਵਾਲੀ ਗੱਲ ਨਹੀਂ, 2 ਇਕੁਏਸ਼ਨਾਂ ਤਾਂ ਬਣਾਉਣੀਆਂ ਆਉਂਦੀਆਂ ਸਾਨੂੰ, ਅਸੀਂ ਬਣਾ ਲਾਂਗੇ। ਸਾਨੂੰ ਇੰਨਾ ਪਤਾ ਹੈਗਾ ਵੀ ਰੱਸੀ 'ਚ ਟੈਨਸ਼ਨ ਜਿਹੜੀ ਆ ਇੱਥੇ ਵੀ T ਇੱਥੇ ਵੀ T, T1 T2 ਲਿਖਦੇ ਤਾਂ ਕਿਉਂਕਿ 2 ਰੱਸੀਆਂ ਹੁੰਦੀਆਂ, ਹੁਣ ਰੱਸੀ ਇੱਕ ਆ ਤੇ T ਟੈਨਸ਼ਨ ਲਿਖ ਦਿੰਦੇ। ਹੁਣ ਐਕਸਲੇਸ਼ਨ ਮੰਨ ਲਓ ਜਿਹੜੀ ਸਿਸਟਮ ਦੀ ਪ੍ਰੋਡਿਊਸ ਹੋਈ ਉਹ ਕਿੰਨੀ ਪ੍ਰੋਡਿਊਸ ਹੋਈ, ਉਧਰ ਵੱਲ ਨੂੰ ਜਿੱਧਰ ਵੱਲ ਨੂੰ ਫੋਰਸ ਲੱਗਿਆ ਉਧਰ ਵੱਲ ਨੂੰ ਐਕਸਲੇਸ਼ਨ A ਪ੍ਰੋਡਿਊਸ ਹੋ ਗਈ। ਕਿੰਨੀ ਐਕਸਲੇਸ਼ਨ ਪ੍ਰੋਡਿਊਸ ਹੋ ਗਈ A। ਬੇਟਾ ਦੋਨੋਂ ਬਾਡੀਜ਼ ਦੇ ਫ੍ਰੀ ਬਾਡੀ ਡਾਇਗਰਾਮ ਬਣਾ ਲਈਏ ਕਿ ਨਾ ਬਣਾਈਏ, ਮੈਨੂੰ ਇਹ ਦੱਸੋ। ਕਿਉਂ ਬਈ, ਦੋਨੋਂ ਦੇ ਫ੍ਰੀ ਬਾਡੀ ਡਾਇਗਰਾਮ ਕੰਸੀਡਰ ਕਰੀਏ। ਆਨਸਰ ਦੇਵਾਂਗੇ ਆਪਾਂ, ਆਨਸਰ ਕਿੱਦਾਂ ਦੇਵਾਂਗੇ ਧਿਆਨ ਨਾਲ ਸੁਣ ਲਓ। ਦੇਖੋ ਟੈਨਸ਼ਨ ਦੀ ਵੈਲਿਊ ਕਦੇ ਵੀ ਫ੍ਰੀ ਬਾਡੀ ਡਾਇਗਰਾਮ ਤੋਂ ਬਿਨਾ ਤੁਹਾਨੂੰ ਮਿਲਣੀ ਨਹੀਂ, ਇਹ ਗੱਲ ਪੱਲੇ ਬੰਨ ਲਿਓ, ਠੀਕ ਹੈ। ਫ੍ਰੀ ਬਾਡੀ ਡਾਇਗਰਾਮ ਜਾਂ ਇਸ ਬਾਡੀ ਦਾ ਤੇ ਜਾਂ ਇਸ ਬਾਡੀ ਦਾ ਤੁਹਾਨੂੰ ਮੰਨਣਾ ਪਊਗਾ। ਤਾਂ ਸਭ ਤੋਂ ਵੱਡੀ ਗੱਲ ਪਹਿਲਾਂ ਤਾਂ ਬੇਟਾ ਆਹ ਦੇਖਿਓ, ਆਹ ਮਾਸ M1, ਆਹ ਮਾਸ M2 ਲਿਖ ਲਓ। M1 ਮਾਸ ਵਾਸਤੇ, M1 ਮਾਸ ਵਾਸਤੇ ਫੋਰਸ ਵੱਡਾ ਟੈਨਸ਼ਨ ਛੋਟੀ, 20 ਮਾਈਨਸ T is equal to 5A। ਚੈੱਕ ਕਰਿਓ ਮੈਂ ਠੀਕ ਲਿਖਿਆ, ਮੈਂ ਠੀਕ ਲਿਖਿਆ ਕਿ ਵੱਡੇ ਫੋਰਸ ਚੋਂ ਛੋਟਾ ਫੋਰਸ ਮਾਈਨਸ ਕੀਤਾ, 20 ਮਾਈਨਸ T is equal to mass into acceleration। ਤਾਂ ਮਾਸ ਹੈਗਾ 5 ਔਰ ਨਾਲ A ਐਕਸਲੇਸ਼ਨ ਹੈਗੀ। ਦੋਨਾਂ 'ਚ ਐਕਸਲੇਸ਼ਨ ਸੇਮ ਪ੍ਰੋਡਿਊਸ ਹੋਊਗੀ ਕਿਉਂਕਿ ਇੱਕ ਸਿਸਟਮ ਆ, ਤੇ ਜੇ ਇੱਕ ਨੂੰ ਖਿੱਚੋਗੇ ਦੂਜਾ ਨਾਲ ਹੀ ਜਾਊਗਾ। ਟਰੈਕਟਰ ਦੇ ਪਿੱਛੇ ਟਰਾਲੀ ਲੱਗੀ ਹੋਵੇ ਤੇ ਟਰੈਕਟਰ ਜਿੰਨੀ ਸਪੀਡ ਦੇ ਨਾਲ ਤੁਰਦਾ ਟਰਾਲੀ ਵੀ ਉਨੀ ਸਪੀਡ ਦੇ ਨਾਲ ਹੀ ਤੁਰਦੀ ਹੈ। ਸਹੀ ਹੈ ਗਲਤ ਆ? ਕਿਉਂ ਬਈ? Yes sir। ਆ ਜਾਓ 4M2, M2 ਮਾਸ ਵਾਸਤੇ ਮੇਰੇ ਕੋਲ ਆ ਚੀਜ਼ ਆ, ਇਹਦੇ ਵਿੱਚ ਫੋਰਸ 2 ਨਹੀਂ ਗਏ, ਫੋਰਸ ਇੱਕੋ ਹੀ ਆ, ਉਹ ਹੈਗਾ ਟੈਨਸ਼ਨ। ਤਾਂ T is equal to ਆ ਗਿਆ 10A। ਇਹ ਸਾਡੇ ਕੋਲ ਇਕੁਏਸ਼ਨ ਨੰਬਰ 1 ਆ, ਇਕੁਏਸ਼ਨ ਨੰਬਰ 2। ਬੇਟਾ ਦੋਨਾਂ ਦੇ ਵਿੱਚ ਇੱਕ ਟੈਨਸ਼ਨ ਆ ਇੱਕ ਐਕਸਲੇਸ਼ਨ ਆ। ਸੋਲਵ ਕਰਕੇ ਆਨਸਰ ਦੇ ਦਿਓ, ਛੇਤੀ ਕਰੋ, ਖਿੱਚ ਦਿਓ ਕੰਮ। ਐਡ ਕਰ ਦੋਗੇ ਤਾਂ ਐਕਸਲੇਸ਼ਨ ਮਿਲ ਜੂਗੀ, ਡਿਵਾਈਡ ਕਰ ਦੋਗੇ ਟੈਨਸ਼ਨ ਮਿਲ ਜੂਗੀ। ਠੀਕ, ਟੈਨਸ਼ਨ ਦੀ ਵੈਲਿਊ ਇੱਥੇ ਪੁੱਟ ਕਰ ਦੋਗੇ ਤਾਂ ਵੀ ਐਕਸਲੇਸ਼ਨ ਮਿਲ ਜੂਗੀ, ਐਕਸਲੇਸ਼ਨ ਦੀ ਵੈਲਿਊ ਇੱਥੇ ਪੁੱਟ ਕਰ ਦੋਗੇ ਟੈਨਸ਼ਨ ਮਿਲ ਜੂਗੀ। ਘਰ ਦਾ ਰਾਜ ਹੈ, ਜਿੱਦਾਂ ਮਰਜ਼ੀ ਸੋਲਵ ਕਰੋ, ਘਰ ਦਾ ਰਾਜ ਜਿੱਦਾਂ ਮਰਜ਼ੀ ਸੋਲਵ ਕਰੋ, ਮੈਨੂੰ ਆਨਸਰ ਚਾਹੀਦਾ। ਇੱਕ ਚੀਜ਼ ਖਤਮ ਕਰਕੇ ਦੂਜੀ ਫਾਈਂਡ ਕਰੋ। ਐਕਸ ਵਾਈ ਵਾਲੇ ਨਹੀਂ ਹੁੰਦੇ 9ਵੀਂ ਕਲਾਸ ਦੇ ਵਿੱਚ, 10ਵੀਂ ਕਲਾਸ 'ਚ ਕਰੇ ਤੁਸੀਂ ਐਕਸ ਵਾਈ ਤੇ ਜ਼ੈਡ ਦੀਆਂ ਇਕੁਏਸ਼ਨਸ ਨੂੰ ਸੋਲਵ ਕਰਦੇ, ਸੇਮ ਤਰੀਕੇ ਨਾਲ T ਤੇ A ਦੀ ਇਕੁਏਸ਼ਨ ਹੈ, ਇਹਨਾਂ ਨੂੰ ਸੋਲਵ ਕਰਕੇ ਆਨਸਰ ਦੇ ਦਿਓ। ਸ਼ੇਰ ਬਣ ਜਾਓ ਜਲਦੀ ਸੇ। ਮੈਂ ਦੋਨਾਂ ਨੂੰ ਐਡ ਕਰਤਾ, ਐਡ ਕਰਿਆ ਆ ਗਿਆ 20 ਮਾਈਨਸ T ਪਲੱਸ T। ਆ ਦੇਖੋ ਕੈਂਸਲ ਹੋ ਗਿਆ, ਸਬਟ੍ਰੈਕਸ਼ਨ ਵੀ ਕਰਨਾ ਪੈ ਸਕਦਾ, ਦੇਖ ਲਿਓ ਧਿਆਨ ਦੇ ਨਾਲ। ਤਾਂ ਇਹ ਮੇਰੇ ਕੋਲ ਆ ਗਏ 5 ਤੇ 10 15, ਇਹ ਟੈਨਸ਼ਨ ਨਾਲ ਟੈਨਸ਼ਨ ਕੈਂਸਲ। ਐਕਸਲੇਸ਼ਨ ਆ ਗਈ 20/15, ਐਕਸਲੇਸ਼ਨ ਆ ਗਈ 4/3 ਮੀਟਰ ਪਰ ਸੈਕਿੰਡ ਸਕੁਅਰ, ਐਕਸਲੇਸ਼ਨ ਆ ਗਈ 4/3 ਮੀਟਰ ਪਰ ਸੈਕਿੰਡ ਸਕੁਅਰ। ਇਹਨੂੰ ਛੱਡ ਦਾਂਗੇ ਇੱਥੇ, ਠੀਕ ਹੈ। ਔਰ ਟੈਨਸ਼ਨ ਕਿੰਨੀ ਆ ਗਈ? ਟੈਨਸ਼ਨ ਵਾਸਤੇ ਅਸੀਂ ਆ A ਦੀ ਵੈਲਿਊ ਇਸ ਇਕੁਏਸ਼ਨ 'ਚ ਪੁੱਟ ਕਰ ਦਿਓ, ਫਰੋਮ 2 2 ਨੰਬਰ ਇਕੁਏਸ਼ਨ ਦੇ ਵਿੱਚ ਵੈਲਿਊ ਪੁੱਟ ਕਰੀ। ਟੈਨਸ਼ਨ ਆ ਗਈ ਮੇਰੀ 10 ਟਾਈਮਸ into 4/3, 10 ਟਾਈਮਸ 4/3 ਯਾਨੀ ਕਿ 40/3। ਇੱਥੇ ਕੀ ਲੱਗੂਗੀ ਯੂਨਿਟ ਬਈ ਟੈਨਸ਼ਨ ਦੀ? ਬੋਲੋ ਟੈਨਸ਼ਨ ਦੀ ਯੂਨਿਟ ਬੋਲੋ। ਭੁੱਲ ਗਏ ਟੈਨਸ਼ਨ, ਟੈਨਸ਼ਨ ਫੋਰਸ ਹੁੰਦੀ ਆ, ਫੋਰਸ ਦੀ ਯੂਨਿਟ ਕੀ ਹੁੰਦੀ ਆ? ਨਿਊਟਨ ਸਰ। ਨਿਊਟਨ। ਆਨਸਰ ਆ ਗਿਆ ਤੁਹਾਡਾ 40/3 ਨਿਊਟਨ। ਮੇਰੀ ਮਰਜ਼ੀ ਦਾ ਕੁਐਸਚਨ ਸੀ, ਠੀਕ ਆ। ਤੇ ਇਸ ਨੇਚਰ ਦੇ ਕੁਐਸਚਨ ਜਿਹੜੇ ਤੁਹਾਨੂੰ ਅਸਾਈਨਮੈਂਟਸ ਦੇ ਵਿੱਚ ਮਿਲਣਗੇ, ਠੀਕ ਆ। ਬਹੁਤ ਹੀ ਵਧੀਆ ਬੇਟਾ, ਇੱਕ ਦੋ ਬੱਚਿਆਂ ਨੇ ਜਵਾਬ ਵੀ ਭੇਜੇ ਆ ਚੈਟ ਲਿਖ ਕੇ, ਸ਼ਾਬਾਸ਼ ਬੇਟਾ, ਗੁੱਡ। ਸ਼ੇਖਨ ਬਹੁਤ ਅੱਛੇ। ਯੂਨਿਟ ਜ਼ਰੂਰ ਲਗਾਇਆ ਕਰੋ, ਯੂਨਿਟ ਨਾ ਭੁੱਲਿਆ ਕਰੋ, ਓਕੇ। ਤਾਂ ਇਹ ਸਾਡਾ ਬੇਟਾ ਕੰਸੈਪਟ ਸੀ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਸਮਝ ਆ ਗਿਆ। ਜੇ ਕਿਸੇ ਨੂੰ ਕੋਈ ਸ਼ੱਕ ਹੈ ਇਹਦੇ 'ਚ, ਉਹ ਬੱਚਾ ਆਪਣਾ ਸਵਾਲ ਕਰ ਲਵੇ।